ਸਤਿ ਸ਼੍ਰੀ ਅਕਾਲ। ਖਬਰਾਂ ਦਾ ਸਿਰਾ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਮੈਂ ਹਾਂ ਸੁਖਵਿੰਦਰ ਸਿੰਘ। ਰੋਜ਼ਾਨਾ ਦੀ ਤਰ੍ਹਾਂ ਅਖਬਾਰਾਂ ਦੀਆਂ ਸੁਰਖੀਆਂ ਉੱਤੇ ਚਰਚਾ ਕਰਨ ਲਈ ਤੁਹਾਡੇ ਰੂਬਰੂ ਹੋ ਰਹੇ ਹਾਂ। ਇਸ ਦੌਰਾਨ ਅੱਜ ਅਸੀਂ ਇੱਕ ਖਾਸ ਪ੍ਰੋਗਰਾਮ ਜਿਹੜਾ ਤੁਹਾਡੇ ਲਈ ਲੈ ਕੇ ਆਏ ਹਾਂ ਉਹਨਾਂ ਵਿਦਿਆਰਥੀਆਂ ਦੇ ਲਈ ਜਿਹੜੇ ਲੋਕਡਾਊਨ ਦੇ ਵਿੱਚ ਘਰ ਬੈਠੇ ਸੋਚ ਰਹੇ ਨੇ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ। ਸਕੂਲਾਂ ਦੀਆਂ ਫੀਸਾਂ ਨੂੰ ਲੈ ਕੇ ਜਿਹੜੇ ਸਕੂਲ ਉਹ ਲਗਾਤਾਰ ਮਾਪਿਆਂ ਤੱਕ ਪਹੁੰਚ ਕਰ ਰਹੇ ਨੇ ਤੇ ਮਾਪੇ ਜਿਹੜੇ ਨੇ ਉਹ ਸਰਕਾਰਾਂ ਨੂੰ ਅਪੀਲ ਕਰ ਰਹੇ ਨੇ ਕਿ ਬੱਚਿਆਂ ਦੀ ਜਿਹੜੀ ਹੈ ਉਹ ਸਕੂਲੀ ਫੀਸ ਜਿਹੜੀ ਹੈ ਇਹਨਾਂ ਸਮੇਂ ਦੇ ਦੌਰਾਨ ਮਾਫ ਕੀਤੀ ਜਾਵੇ। ਇਸ ਸਮੇਂ ਦੇ ਦੌਰਾਨ ਪ੍ਰਧਾਨ ਮੰਤਰੀ ਸਾਹਿਬ ਨੇ ਕਿਹਾ ਸੀ ਕਿ ਕਿੱਤਾ ਮੁਖੀ ਕੋਰਸ ਜਿਹੜੇ ਨੇ ਆਤਮ ਨਿਰਭਰਤਾ ਹੋਣੀ ਚਾਹੀਦੀ ਹੈ ਨੌਜਵਾਨਾਂ ਦੀ, ਬੱਚਿਆਂ ਦੀ, ਤਾਂ ਹੀ ਜਿਹੜਾ ਆ ਅੱਗੇ ਜਾ ਕੇ ਟੈਕਨੀਕਲ ਐਜੂਕੇਸ਼ਨ ਜਿਹੜੀ ਹੈ ਉਹ ਵਿਦਿਆਰਥੀਆਂ ਦੇ ਤੱਕ ਪਹੁੰਚੇਗੀ ਤੇ ਵਿਦਿਆਰਥੀ ਜਿਹੜਾ ਆਪਣਾ ਭਵਿੱਖ ਰੋਸ਼ਨ ਕਰ ਸਕਣਗੇ। ਮਤਲਬ ਕਿ ਹੱਥੀਂ ਕਿਰਤ ਕਰਨੀ ਜਿਸ ਦੇ ਨਾਲ ਜਿਹੜਾ ਆ ਬੱਚਿਆਂ ਨੂੰ ਜਿਹੜਾ ਇੱਕ ਵੱਡਾ ਲਾਹਾ ਮਿਲ ਸਕਦਾ। ਇਸ ਉੱਤੇ ਅਸੀਂ ਚਰਚਾ ਕਰਾਂਗੇ। ਟੈਕਨੀਕਲ ਐਜੂਕੇਸ਼ਨ ਦੇ ਲੈਕਚਰਰ ਗੋਲਡ ਮੈਡਲਿਸਟ ਗੁਰਬਖਸ਼ੀਸ਼ ਸਿੰਘ ਸਾਡੇ ਨਾਲ ਮੌਜੂਦ ਹੋਣਗੇ। ਸਭ ਤੋਂ ਪਹਿਲਾਂ ਤੁਹਾਨੂੰ ਖਾਸ ਖਬਰਾਂ ਦੱਸ ਦਿੰਦੇ ਆ ਜਿਹੜੀਆਂ ਅਖਬਾਰਾਂ ਦੀਆਂ ਸੁਰਖੀਆਂ ਬਣੀਆਂ ਨੇ। ਸਭ ਤੋਂ ਪਹਿਲਾਂ ਗੱਲ ਜਿਹੜੀ ਹੈ ਮਜ਼ਦੂਰਾਂ ਨੂੰ ਲੈ ਕੇ ਹੈ। ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਕਿ ਮਜ਼ਦੂਰਾਂ ਤੋਂ ਕਿਰਾਇਆ ਨਹੀਂ ਲਿਆ ਜਾਵੇਗਾ। ਸੂਬਾ ਸਰਕਾਰਾਂ ਜਿਹੜੀਆਂ ਉਹ ਕਿਰਾਇਆ ਦੇਣਗੀਆਂ। 50% ਉਹ ਸੂਬਾ ਸਰਕਾਰ ਦੇਵੇਗੀ ਜਿੱਥੋਂ ਮਜ਼ਦੂਰ ਤੁਰਨਗੇ ਤੇ ਜਿਹੜੇ ਸੂਬੇ ਦੇ ਵਿੱਚ ਉਹਨਾਂ ਨੇ ਜਾਣਾ ਹੈ ਜਿੱਥੋਂ ਦੇ ਉਹ ਵਸਨੀਕ ਨੇ 50% ਉਹ ਦੇਣਗੇ। ਖਾਣ ਪੀਣ ਦਾ ਇੰਤਜ਼ਾਮ ਵੀ ਕੀਤਾ ਜਾਵੇਗਾ। ਜੇ ਰਾਸਤੇ 'ਚ ਕਿਤੇ ਪੜਾਅ ਹੁੰਦਾ ਹੈ ਤਾਂ ਰੇਲਵੇ ਜਿਹੜਾ ਉਹਦਾ ਇੰਤਜ਼ਾਮ ਕਰੇਗੀ ਉਹਨਾਂ ਦੇ ਖਾਣ ਪੀਣ ਦਾ। ਇਸ ਤਰ੍ਹਾਂ ਦਾ ਜਿਹੜਾ ਆ ਸੂਬਾ ਸਰਕਾਰਾਂ ਨੂੰ ਹੁਕਮ ਦਿੱਤਾ ਗਿਆ ਤਾਂ ਕਿ ਮਜ਼ਦੂਰਾਂ ਨੂੰ ਜਿਹੜਾ ਆ ਉਹ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ। ਦੂਜੀ ਗੱਲ ਅਸੀਂ ਬੀਜ ਘੁਟਾਲੇ ਦੀ ਜਿਹੜੀ ਕਰਦੇ ਆ। ਪੰਜਾਬ ਦੇ ਵਿੱਚ ਪਿਛਲੇ ਕੁਝ ਦਿਨਾਂ ਤੋਂ ਬੀਜ ਦਾ ਘੁਟਾਲਾ ਜਿਹੜਾ ਚੱਲ ਰਿਹਾ। 70 ਰੁਪਏ ਦਾ ਬੀਜ ਜਿਹੜਾ ਆ ਬੀਜ ਦਾ ਪੈਕਟ 70 ਰੁਪਏ ਕਿਲੋ ਹੈ ਤੇ 200 ਰੁਪਏ ਕਿਲੋ ਖੇਤੀਬਾੜੀ ਯੂਨੀਵਰਸਿਟੀ ਦੇ ਬਾਹਰ ਵਿਕਦਾ ਸੀ। ਛਾਪਾ ਵੱਜਿਆ। ਬਹੁਤ ਚਰਚਿਤ ਬੀਜ ਘੁਟਾਲੇ ਦੇ ਵਿੱਚ ਹੁਣ SIT ਨੂੰ ਜਾਂਚ ਸੌਂਪ ਦਿੱਤੀ ਗਈ ਹੈ। ਗੁਰਦਾਸਪੁਰ ਤੋਂ ਜਿਹੜੇ ਕਾਂਗਰਸ ਦੇ ਕੈਬਨਿਟ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਉਹਨਾਂ ਦੇ ਉੱਤੇ ਸਵਾਲ ਚੁੱਕ ਰਹੇ ਸੀ ਵਿਰੋਧੀ। ਸੋ ਲਗਾਤਾਰ ਜਿਹੜਾ ਸਵਾਲਾਂ ਦਾ ਜਿਹੜਾ ਜਵਾਬ ਦੇਣਾ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਦਿੱਤਾ ਜਾ ਰਿਹਾ ਸੀ। ਬੀਜ ਘੁਟਾਲੇ ਦੇ ਵਿੱਚ ਜਿਹੜੀ ਫਰਮ ਤੇ ਸਵਾਲ ਉੱਠਦੇ ਨੇ ਲਖਵਿੰਦਰ ਸਿੰਘ ਲੱਖੀ ਉਹਦੇ ਜਿਹੜੇ ਉਸ ਨੂੰ ਹੈਂਡਲ ਕਰਦੇ ਨੇ ਉਸ ਕੰਪਨੀ ਨੂੰ ਉਹਨਾਂ ਉੱਤੇ ਸਵਾਲ ਉੱਠਦੇ ਸੀ। ਇਸ ਕਰਕੇ ਹੁਣੇ ਜਾਂਚ ਜਿਹੜੀ ਹੈ SIT ਨੂੰ ਸੌਂਪ ਦਿੱਤੀ ਗਈ ਹੈ। ਜਾਂਚ ਵਿੱਚ ਕੀ ਕੁਝ ਨਿਕਲ ਕੇ ਸਾਹਮਣੇ ਆਉਂਦਾ ਇਸ ਉੱਤੇ ਵੀ ਨਜ਼ਰ ਰਹੇਗੀ। ਦੂਜੀ ਗੱਲ ਜਿਹੜਾ ਕਿਸਾਨਾਂ ਦੀ ਮੁਫਤ ਬਿਜਲੀ ਖੋਣ ਦੀ ਜਿਹੜੀ ਤਿਆਰੀ ਕੀਤੀ ਜਾ ਰਹੀ ਹੈ। ਕੈਪਟਨ ਸਰਕਾਰ ਦੇ ਫੈਸਲੇ ਦਾ ਵਿਰੋਧ ਹੋ ਰਿਹਾ ਹੈ। ਕੇਂਦਰੀ ਸਕੀਮਾਂ ਦੇ ਲਈ ਸ਼ਰਤਾਂ ਤੈਅ ਹੋ ਰਹੀਆਂ। 14,50,000 ਟਿਊਬਵੈੱਲ ਮਾਲਕਾਂ ਦੀ ਸਬਸਿਡੀ ਸਿੱਧੀ ਖਾਤੇ ਵਿੱਚ ਜਾਏਗੀ। ਅਫਸਰਸ਼ਾਹੀ ਵੱਲੋਂ ਪਲਾਨ ਬਣਾਉਣਾ ਸ਼ੁਰੂ ਕਰ ਦਿੱਤਾ ਗਿਆ ਤੇ ਕਿਸਾਨ ਯੂਨੀਅਨਾਂ ਜਿਹੜੀਆਂ ਨੇ ਉਹ ਇਸ ਫੈਸਲੇ ਦੇ ਖਿਲਾਫ ਹੋ ਗਈਆਂ ਨੇ। ਅਕਾਲੀ ਦਲ ਵੀ ਇਸ ਫੈਸਲੇ ਦਾ ਵਿਰੋਧ ਕਰ ਰਿਹਾ ਕਿਉਂਕਿ ਜਿਹੜੀਆਂ ਪੰਜਾਬ ਦੇ ਵਿੱਚ ਕਿਸਾਨਾਂ ਨੂੰ ਮੁਫਤ ਬਿਜਲੀ ਅਕਾਲੀ ਦਲ ਦੇ ਵੇਲੇ ਵੀ ਚੱਲਦੀ ਸੀ, ਪਰ ਹੁਣ ਜਿਹੜਾ ਆ ਕਿਸਾਨਾਂ ਦੀ ਮੁਫਤ ਬਿਜਲੀ ਦੀ ਥਾਂ ਤੇ ਉਹਨਾਂ ਨੂੰ ਸਬਸਿਡੀ ਦਿੱਤੀ ਜਾਏਗੀ, ਉਹਨਾਂ ਦੇ ਖਾਤਿਆਂ ਜਾਏਗੀ। ਕਿਸਾਨ ਜਿਹੜੀ ਯੂਨੀਅਨ ਨੇ ਉਹ ਕਹਿੰਦੇ ਨੇ ਕਿ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਹਾਂ ਤੇ ਅੰਦੋਲਨ ਜਿਹੜਾ ਉਹ ਵਿੱਢਿਆ ਜਾਵੇਗਾ। ਇਸ ਨੂੰ ਲੈ ਕੇ ਕੀ ਕੁਝ ਸਾਹਮਣੇ ਆਉਂਦਾ ਉਸ ਉੱਤੇ ਵੀ ਅਸੀਂ ਨਜ਼ਰ ਰੱਖਾਂਗੇ। ਪੰਜਾਬ ਦੇ ਵਿੱਚ ਕਰੋਨਾ ਦੇ ਨਾਲ ਜਿਹੜੀ ਹੈ ਉਹ 2 ਹੋਰ ਮੌਤਾਂ ਹੋ ਚੁੱਕੀਆਂ ਨੇ। ਸਥਿਤੀ ਜਿਹੜੀ ਹੈ ਉਹ ਅੱਗੇ ਵੱਧਦੀ ਜਾ ਰਹੀ ਹੈ। ਤਕਰੀਬਨ 2246 ਕੇਸ ਪੰਜਾਬ 'ਚ ਨੇ। 44 ਜਿਹੜੇ ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ। ਠੀਕ ਹੋਣ ਵਾਲਿਆਂ ਦੀ ਗਿਣਤੀ 1946 ਹੈ। ਇਹ ਉਹ ਖਬਰਾਂ ਨੇ, ਵੱਡੀਆਂ ਖਬਰਾਂ ਜਿਹੜੀਆਂ ਅਸੀਂ ਤੁਹਾਨੂੰ ਦੱਸੀਆਂ। ਤੇ ਮੌਨਸੂਨ ਨੂੰ ਲੈ ਕੇ ਵੀ ਜਿਵੇਂ ਮੌਸਮ ਦੇ ਵਿੱਚ ਕੱਲ ਤਬਦੀਲੀ ਆਈ ਹੈ, ਰਾਤ ਨੂੰ ਮੀਂਹ ਹਨੇਰੀ ਝੱਖੜ ਤੁਸੀਂ ਦੇਖਿਆ ਕਿ ਹੁਣ ਅਗਲੇ ਦਿਨਾਂ ਦੇ ਵਿੱਚ ਵੀ ਜਿਹੜਾ ਮੌਨਸੂਨ ਹੈ ਉਹ ਕਿਹਾ ਜਾ ਰਿਹਾ ਹੈ ਕਿ 1 ਜੂਨ ਨੂੰ ਕੇਰਲ ਦੇ ਵਿੱਚ ਦਸਤਕ ਦੇ ਦੇਵੇਗਾ। ਟਿੱਡੀ ਦਲ ਦੀ ਜਿਹੜੀ ਦਹਿਸ਼ਤ ਹੈ ਉਹ ਪੰਜਾਬ ਦੇ ਵਿੱਚ ਜਿਹੜੀ ਬਣੀ ਹੋਈ ਸੀ ਉਸ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਸੀਗਾ। ਉਹਦੀ ਵੀ ਖਬਰ ਹੈ ਕਿ ਬਠਿੰਡਾ ਦੇ ਨੇੜੇ ਜਿਹੜੀ ਹੈ ਉਹ ਟਿੱਡੀ ਦਲ ਦੀ ਆਮਦ ਹੋ ਚੁੱਕੀ ਹੈ। ਸਰਹੱਦੀ ਇਲਾਕਿਆਂ ਦੇ ਵਿੱਚ ਹਾਈ ਅਲਰਟ ਜਾਰੀ ਕੀਤਾ ਗਿਆ। ਇਸ ਤੋਂ ਬਚਣ ਦੇ ਲਈ ਜਿਹੜਾ ਆ ਉਹ ਕਿਸਾਨ ਜਿਹੜਾ ਕੋਈ ਬਰਤਨ ਖੜਕਾ ਸਕਦਾ ਹੈ, ਕੋਈ ਟਰੈਕਟਰਾਂ ਦੇ ਉੱਤੇ ਜਿਹੜਾ ਜ਼ੋਰ ਦੀ ਸਪੀਕਰ ਲਗਾ ਕੇ ਉਸ ਤੋਂ ਬਚਾਅ ਕਰਨ ਦੀ ਕੋਸ਼ਿਸ਼ ਕਰ ਰਿਹਾ। ਸੋ ਹੁਣ ਅਸੀਂ ਟੈਕਨੀਕਲ ਐਜੂਕੇਸ਼ਨ ਦੇ ਉੱਤੇ ਗੱਲਬਾਤ ਕਰਨ ਲਈ ਸਾਡੇ ਨਾਲ ਗੁਰਬਖਸ਼ੀਸ਼ ਸਿੰਘ ਜੁੜ ਚੁੱਕੇ ਨੇ, ਲੈਕਚਰਰ ਨੇ ਟੈਕਨੀਕਲ ਐਜੂਕੇਸ਼ਨ ਦੇ। ਉਹਨਾਂ ਦਾ ਸਵਾਗਤ ਕਰਦੇ ਹਾਂ। ਸਰ, ਸਵਾਗਤ ਹੈ ਤੁਹਾਡਾ D5 ਚੈਨਲ ਪੰਜਾਬੀ ਤੇ। ਧੰਨਵਾਦ ਜੀ। ਸਭ ਤੋਂ ਪਹਿਲਾਂ ਤਾਂ D5 ਚੈਨਲ ਪੰਜਾਬੀ ਦੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਤੇ ਸੁਖਵਿੰਦਰ ਜੀ, ਅੱਜ COVID-19 ਦੇ ਲਾਕਡਾਊਨ ਦੀ ਗੱਲ ਚੱਲ ਰਹੀ ਹੈ। ਇੱਕ ਬਹੁਤ ਭਿਆਨਕ ਸਮਾਂ ਹੈ, ਪਰ ਉਸ ਸਮੇਂ ਦੇ ਵਿੱਚ ਜਿਸ ਤਰੀਕੇ ਨਾਲ ਹਲੀਮੀ ਦੇ ਨਾਲ, ਸਹਿਜਤਾ ਦੇ ਨਾਲ ਸਾਡੇ ਪੰਜਾਬੀਆਂ ਨੇ ਜਾਂ ਕਹਿ ਲਈਏ ਹਿੰਦੂ ਇੱਕ ਪ੍ਰੈਸ ਦਾ ਜੋ ਬੜਾ ਵਧੀਆ ਰੋਲ ਰਿਹਾ, ਉਹਦੇ ਨਾਲ ਹੁਣ ਤੱਕ ਜੋ ਵੀ ਹੈ ਅਸੀਂ ਬਹੁਤ ਜਿਵੇਂ ਬਾਕੀ ਵਿਕਸਿਤ ਦੇਸ਼ਾਂ ਦੇ ਮੁਕਾਬਲੇ ਆਪਣੀ ਸਥਿਤੀ ਨੂੰ ਅਨੁਕੂਲ ਰੱਖ ਸਕੇ ਹਾਂ। ਤੇ ਜੇ ਹੋਰ ਅੱਗੇ ਵੀ ਮੈਂ ਸਾਰਿਆਂ ਨੂੰ ਅਪੀਲ ਕਰਦਾ ਕਿ ਘਰ ਦੇ ਵਿੱਚ ਰਹੋ, ਬਾਹਰਲੇ ਪਾਸੇ ਜ਼ਿਆਦਾ ਨਾ ਜਾਓ। ਅੱਜ ਮੈਂ ਬਹੁਤ
ਧੰਨਵਾਦੀ ਹਾਂ ਕਿ ਤੁਸੀਂ ਮੈਨੂੰ ਇੱਥੇ ਬੁਲਾਇਆ ਤੇ ਤਕਨੀਕੀ ਸਿੱਖਿਆ ਦੇ ਉੱਤੇ ਬੱਚਿਆਂ ਦੇ ਬਾਰੇ ਗੱਲ ਕਰੀਏ। ਜਿਹੜੇ ਬੱਚਿਆਂ ਨੂੰ ਜ਼ਰੂਰਤ ਹੈ ਘਰੇ ਬੈਠੇ, ਉਹਨਾਂ ਨੂੰ ਮਹਿਸੂਸ ਹੋ ਰਿਹਾ ਕਿ ਅਸੀਂ ਕੀ ਕਰ ਸਕਦੇ ਹਾਂ, ਕੀ ਨਹੀਂ ਕਰ ਸਕਦੇ, ਉਹਨਾਂ ਦੇ ਮਨ 'ਚ ਇੱਕ ਤੋਖਲੇ ਨੇ, ਉਹਨਾਂ ਨੂੰ ਦੂਰ ਕਰਨ ਦੇ ਲਈ ਅੱਜ ਮੈਂ ਤੁਹਾਡੇ ਨਾਲ ਇੱਥੇ ਸ਼ਾਮਲ ਹੋਇਆ। ਧੰਨਵਾਦ ਜੀ, ਸ਼ੁਕਰੀਆ ਸਰ। ਅਸੀਂ ਗੱਲਬਾਤ ਆਪਣੀ ਜਾਰੀ ਰੱਖਾਂਗੇ। ਇੱਥੇ ਸਭ ਤੋਂ ਪਹਿਲਾਂ ਜਿਹੜੇ ਸਾਡੇ ਨਾਲ ਜਿਹੜੇ ਦਰਸ਼ਕ ਸਰੋਤੇ ਜਿਹੜੇ ਵੀ ਜੁੜ ਚੁੱਕੇ ਨੇ, ਉਹਨਾਂ ਦੇ ਲਈ ਇੱਕ ਖਾਸ ਅਪੀਲ ਹੈ ਕਿ ਤੁਸੀਂ ਆਪਣੇ ਤੁਸੀਂ ਕੋਈ ਵੀ ਟੈਕਨੀਕਲ ਐਜੂਕੇਸ਼ਨ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਇਸ ਲਾਈਵ ਦੇ ਦੌਰਾਨ ਕਮੈਂਟ ਕਰ ਸਕਦੇ ਹੋ। ਅਸੀਂ ਤੁਹਾਡੇ ਕਮੈਂਟ ਦਾ ਵੀ ਜਵਾਬ ਦੇਵਾਂਗੇ। ਗੁਰਬਖਸ਼ੀਸ਼ ਸਿੰਘ ਜੀ ਸਾਡੇ ਨਾਲ ਜੁੜੇ ਨੇ। ਸਰ, ਸਭ ਤੋਂ ਪਹਿਲਾਂ ਇਹ ਦੱਸੋ ਕਿ ਟੈਕਨੀਕਲ ਐਜੂਕੇਸ਼ਨ ਦੀ ਸ਼ੁਰੂਆਤ ਜਿਹੜੀ ਹੈ ਉਹ ਵਿਦਿਆਰਥੀ ਕਿੱਥੋਂ ਕਰ ਸਕਦੇ ਨੇ, ਕਿਵੇਂ ਇਹਦੀ ਐਡਮਿਸ਼ਨ ਵਗੈਰਾ ਹੁੰਦੀ ਹੈ? ਹਾਂਜੀ ਸੁਖਵਿੰਦਰ ਜੀ, ਸਭ ਤੋਂ ਵੱਡੀ ਗੱਲ ਹੈ ਕਿ ਤਕਨੀਕੀ ਸਿੱਖਿਆ ਨੂੰ ਅਸੀਂ 3 ਭਾਗਾਂ ਦੇ ਵਿੱਚ ਵੰਡਦੇ ਹਾਂ। 3 ਟਾਇਰ ਸਿਸਟਮ ਕਿਹਾ ਜਾਂਦਾ ਹੈ, ਜਿਹਦੇ ਵਿੱਚ ਇੱਕ ITI ਹੈ, ਦੂਸਰਾ ਪੋਲੀਟੈਕਨਿਕ ਸਿਸਟਮ ਹੈ ਤੇ ਤੀਜਾ ਇੰਜੀਨੀਅਰਿੰਗ ਦਾ ਜਿਹੜਾ ਸਾਡਾ ਹੈਗਾ। ਉਹ 3 ਜਿਹੜੇ ਸਾਡੇ ਹਿੱਸੇ ਆਉਂਦੇ ਨੇ, ਤਿੰਨਾਂ ਦਾ ਜਿਹੜਾ ਐਂਟਰੀ ਲੈਵਲ ਉਹ ਵੱਖੋ ਵੱਖਰਾ ਹੈ ਤੇ ਪਰ ਜਿਹੜੇ ਤਿੰਨਾਂ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਇਹ ਨਹੀਂ ਕਿ ਜਿਹੜੇ ਇੰਜੀਨੀਅਰਿੰਗ ਵਾਲੇ ਬੱਚੇ ਨੇ ਉਹੀ ਸਫਲ ਹੋ ਸਕਦੇ ਨੇ, ਜਾਂ ਜਿਹੜੇ ਪੋਲੀਟੈਕਨਿਕ ਵਾਲੇ ਨੇ ਜਾਂ ITI ਵਾਲੇ ਬੱਚਿਆਂ ਦੀ ਜਿਹੜੀ ਆ ਕਿਤੇ ਨਾ ਕਿਤੇ ਗੁਣਵੱਤਾ ਘਟ ਜਾਂਦੀ ਹੈ। ਕਿਉਂਕਿ ਜਦੋਂ ਇੰਡਸਟਰੀ ਦੀ ਗੱਲ ਚੱਲਦੀ ਹੈ, ਸਾਨੂੰ ਉੱਥੇ ਸਕਿਲਡ ਵਰਕਰ ਦੀ ਵੀ ਲੋੜ ਹੈ, ਨਿਪੁੰਨ ਕਾਮੇ ਜਿਨ੍ਹਾਂ ਨੂੰ ਕਹਿੰਦੇ ਆ, ਤੇ ਉੱਥੇ ਸਾਨੂੰ ਸੁਪਰਵਾਈਜ਼ਰਾਂ ਦੀ ਵੀ ਲੋੜ ਹੈ ਤੇ ਸਾਨੂੰ ਉੱਥੇ ਡਿਜ਼ਾਈਨ ਇੰਜੀਨੀਅਰਸ ਦੀ ਵੀ ਲੋੜ ਹੈ। ਸੋ ਤਿੰਨਾਂ ਦੇ ਜਿਹੜੀ ਆ, ਜਿਨ੍ਹਾਂ ਦੀ ਤਿੰਨਾਂ ਦੇ ਜਦੋਂ ਅਨੁਕੂਲ ਹੁੰਦਾ ਕੰਮ, ਤਿੰਨੋਂ ਇਕੱਤਰ ਹੁੰਦੇ ਨੇ, ਤਾਂ ਹੀ ਕੁਛ ਨਾ ਕੁਛ ਜਿਹੜਾ ਹੈਗਾ ਉਹ ਸਿਰਜਿਆ ਜਾ ਸਕਦਾ, ਤਾਂ ਹੀ ਇੱਕ ਸਫਲ ਉਦਯੋਗ ਆ ਜਿਹੜਾ ਉਹ ਚੱਲ ਸਕਦੇ ਨੇ। ਸੋ 3 ਸਾਡੇ ਕੋਲ ਜਿਹੜੇ ਨੇ, ਤਿੰਨਾਂ ਦੇ ਵਿੱਚ ਵੱਖੋ ਵੱਖਰੇ ਨੇ। ਜੇ ਅਸੀਂ ਇੰਜੀਨੀਅਰਿੰਗ ਦੀ ਗੱਲ ਕਰੀਏ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਜਿਹੜੀਆਂ ਨੇ IITs ਵਗੈਰਾ ਆਉਂਦੀਆਂ ਨੇ, ਚੰਗੇ ਤਕੜੇ ਵੱਡੇ ਕਾਲਜ ਨੇ ਜਿਹੜੇ ਉਹ ਆਉਂਦੇ ਨੇ। ਤੇ ਸਾਡੇ ਪੰਜਾਬ ਦੀ ਜੇ ਗੱਲ ਕਰੀਏ ਤਾਂ ਵਿਦਿਆਰਥੀਆਂ ਦੀ ਤਕਨੀਕੀ ਸਿੱਖਿਆ ਵੱਲ ਰੁਚੀ ਨੂੰ ਦੇਖਦੇ ਹੋਏ, ਜਦੋਂ ਅਸੀਂ ਬੀਟੈਕ ਕੀਤੀ ਹੈ 96 ਦੇ ਵਿੱਚ, ਉਸ ਟਾਈਮ ਦੇ ਉੱਤੇ ਪੰਜਾਬ ਦੇ ਵਿੱਚ ਸਿਰਫ 3 ਇੰਜੀਨੀਅਰਿੰਗ ਕਾਲਜ ਹੁੰਦੇ ਸੀ। ਅੱਜ ਜਿਹੜੀ ਉਹਨਾਂ ਦੀ ਗਿਣਤੀ 167 ਦੇ ਕਰੀਬ ਹੈ। ਇਦਾਂ ਹੀ ਪੋਲੀਟੈਕਨਿਕ ਕਾਲਜ ਜਿਹੜੇ ਨੇ 170 ਦੇ ਕਰੀਬ ਨੇ। ਉਹਨਾਂ ਦੀ ਆਮਦ ਦਾ ਕਾਰਨ ਇਹ ਸੀ ਕਿ ਸਾਡੇ ਬੱਚੇ ਜਿਹੜੇ ਸਾਊਥ ਦੇ ਵਿੱਚ ਜਾ ਕੇ ਭਾਰੀ ਫੀਸਾਂ ਦਿੰਦੇ ਸੀ, ਉਹ ਕਰਦੇ ਸੀ, ਉਹਨਾਂ ਨੂੰ ਘਰ ਬੈਠੇ ਜਿਹੜੀ ਹੈਗੀ ਉਹ ਤਕਨੀਕੀ ਸਿੱਖਿਆ ਮਿਲ ਰਹੀ ਹੈ। ਤੇ ਜੇ ਗੱਲ ਕਰੀਏ ਉਦਯੋਗਿਕ ਕ੍ਰਾਂਤੀ ਦੀ, ਕਿਉਂਕਿ ਸਾਡੇ ਜਿਹੜਾ ਪਹਿਲਾਂ ਖੇਤੀਬਾੜੀ ਸੈਕਟਰ ਸੀਗਾ ਉਹ ਪ੍ਰਮੁੱਖ ਸੀਗਾ, ਪਰ ਹੁਣ ਖੇਤੀਬਾੜੀ ਸੈਕਟਰ ਦੇ ਵਿੱਚ ਇੰਨੀਆਂ ਸੰਭਾਵਨਾਵਾਂ ਨਹੀਂ ਰਹੀਆਂ। ਉੱਥੇ ਜਿਹੜੀ ਆ ਉਦਯੋਗਿਕ ਕ੍ਰਾਂਤੀ ਦੀ ਗੱਲ ਚੱਲਦੀ ਹੈ, ਖਾਸ ਕਰਕੇ COVID-19 ਤੋਂ ਬਾਅਦ ਦਾ ਜਿਹੜਾ ਦੌਰ ਹੈ, ਉਹ ਇੱਕ ਏਦਾਂ ਦਾ ਦੌਰ ਹੈ ਜਿਸ ਦੌਰ ਦੇ ਵਿੱਚ ਉਹ ਤੋਂ ਉੱਭਰਨ ਤੋਂ ਬਾਅਦ ਇੱਕ ਸਾਨੂੰ ਹੋਰ ਵੱਡੀ ਸਮੱਸਿਆਵਾਂ ਦਾ ਜਿਹੜਾ ਗੱਲ ਕਰਨੀ ਪਊਗੀ, ਜਿੱਥੇ ਇੱਕ ਵੱਡਾ ਆਰਥਿਕਤਾ ਦਾ ਜਿਹੜਾ ਉਹਦੇ ਤੇ ਹੈ, ਉਸ ਦੇ ਵਿੱਚ ਸਾਨੂੰ ਆਤਮ ਨਿਰਭਰਤਾ ਦੀ ਜਿਹੜੀ ਗੱਲ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ, ਮਾਨਯੋਗ ਨਰਿੰਦਰ ਮੋਦੀ ਜੀ ਨੇ ਕਿਹਾ, ਉਹਦੇ ਉੱਤੇ ਵੀ ਆਤਮ ਨਿਰਭਰਤਾ ਤਾਂ ਹੀ ਹੋਊਗੀ ਜੇ ਅਸੀਂ ਛੋਟੇ ਲਘੂ ਉਦਯੋਗਾਂ ਵੱਲ ਤੁਰਾਂਗੇ, ਤੇ ਲਘੂ ਉਦਯੋਗਾਂ ਵੱਲ ਤਾਂ ਹੀ ਹੈ ਜੇ ਅਸੀਂ ਸਕਿਲਡ ਵਰਕਰਸ ਪੈਦਾ ਕਰ ਸਕਾਂਗੇ। ਸੋ ਮੈਂ ਤਿੰਨੋਂ ਜਿਹੜੀਆਂ ਸਟਰੀਮ ਨੇ ਉਹਨਾਂ ਦੇ ਬਾਰੇ ਦਾਖਲੇ ਦੀ ਗੱਲ ਕਰਾਂਗਾ। ਜਿਹੜੇ ਇੰਜੀਨੀਅਰਿੰਗ ਲੈਵਲ ਦੇ ਦਾਖਲੇ ਨੇ, ਉਹਨਾਂ ਲਈ JEE ਮੇਨ ਦਾ ਜਿਹੜਾ ਟੈਸਟ ਹੈ ਉਹ 2 ਵਾਰ ਲਿਆ ਜਾਂਦਾ ਸਾਲ ਦੇ ਵਿੱਚ। ਇੱਕ ਵਾਰੀ ਦਸੰਬਰ ਦੇ ਵਿੱਚ, ਪਿਛਲੇ 2 ਸਾਲ ਤੋਂ ਇਸ ਪੈਟਰਨ ਨੂੰ ਸ਼ੁਰੂ ਕੀਤਾ ਗਿਆ। ਇੱਕ ਵਾਰ ਜਿਹੜਾ ਹੈਗਾ ਉਹ ਅਪ੍ਰੈਲ ਦੇ ਵਿੱਚ ਲਿਆ ਜਾਂਦਾ ਹੈ, ਤਾਂ ਕਿ ਜਿਹੜੇ ਵਿਦਿਆਰਥੀ ਨੇ ਉਹਨਾਂ ਨੂੰ ਪਤਾ ਲੱਗ ਜਾਏ ਕਿ ਕਿਸ ਤਰੀਕੇ ਆਨਲਾਈਨ ਵਿਧੀ ਰਾਹੀਂ ਇਹ ਟੈਸਟ ਹੁੰਦਾ। ਤੇ ਜਿਹੜਾ +2 ਦਾ ਸਿਲੇਬਸ ਹੈ ਬੱਚਿਆਂ ਦਾ, +1 +2 ਦਾ ਸਾਇੰਸ ਦਾ, ਉਹ ਸਿਲੇਬਸ ਦੇ ਵਿੱਚੋਂ ਟੈਸਟ ਲਿਆ ਜਾਂਦਾ ਹੈ। ਤੇ ਜੇ ਬੱਚੇ ਛੋਟੇ ਜਿਹੜੇ ਸਵਾਲ ਨੇ ਨਿੱਕੇ ਥੋਰੋਲੀ ਪੜ੍ਹ ਲੈਣ ਤਾਂ ਬੜੇ ਆਰਾਮ ਨਾਲ ਇਸ ਟੈਸਟ ਨੂੰ ਪਾਸ ਕਰ ਲੈਂਦੇ ਨੇ। ਤੇ ਉਹਦੇ ਬੇਸ ਦੇ ਉੱਤੇ ਮੈਰਿਟ ਤੇ ਹਿੰਦੁਸਤਾਨ ਪੱਧਰ ਦੀ ਜਿਹੜੀ ਆ ਉਹ ਇੱਕ ਮੈਰਿਟ ਬਣਦੀ ਹੈ। ਤੇ ਹਰ ਕਾਲਜ ਦੇ ਵਿੱਚ ਫਿਰ ਜੇ ਬੱਚੇ IIT ਵਗੈਰਾ 'ਚ ਜਾਣਾ ਚਾਹੁਣ ਤਾਂ JEE ਮੇਨ ਤੋਂ ਬਾਅਦ JEE ਐਡਵਾਂਸ ਦਾ ਇੱਕ ਟੈਸਟ ਹੁੰਦਾ। ਉਹਨਾਂ ਨੂੰ ਟੈਸਟ ਨੂੰ ਦੇ ਕੇ ਬੱਚੇ ਆਪਣੇ IIT ਵਗੈਰਾ ਜਿਹੜੇ ਕਾਲਜਿਸ ਨੇ, ਜਿਨ੍ਹਾਂ ਨੂੰ ਅਸੀਂ ਕਿਹਾ ਜਾਂਦਾ ਕਿ ਵਿਸ਼ਵ ਪੱਧਰ ਦੇ ਸਾਡੇ ਕਾਲਜ ਨੇ, ਉਹਨਾਂ ਦੇ ਵਿੱਚ ਬੱਚੇ ਦਾਖਲਾ ਲੈ ਸਕਦੇ ਨੇ। ਕੁਝ ਜਿਹੜੇ ਕਾਲਜ ਨੇ, ਜਿਵੇਂ ਬਿਟਸ ਪਿਲਾਨੀ ਹੋ ਗਿਆ ਜਾਂ ਕੋਈ ਸਾਊਥ ਦੀਆਂ ਯੂਨੀਵਰਸਿਟੀਆਂ ਨੇ, ਉਹਨਾਂ ਨੇ ਆਪਣੇ ਲੈਵਲ ਤੇ ਵੀ ਆਪਣੇ ਕੁਝ ਟੈਸਟ ਰੱਖੇ ਹੋਏ ਨੇ। ਉਹਨਾਂ ਟੈਸਟਾਂ ਨੂੰ ਕਰਕੇ ਬੱਚੇ ਇੰਜੀਨੀਅਰਿੰਗ 'ਚ ਦਾਖਲਾ ਲੈ ਸਕਦੇ ਨੇ। ਤੇ ਜੇ ਗੱਲ ਕਰੀਏ ਪੋਲੀਟੈਕਨਿਕ ਵਿੱਦਿਆ ਦੀ, ਪੋਲੀਟੈਕਨਿਕ ਵਿੱਦਿਆ ਦੇ ਵਿੱਚ 10ਵੀਂ ਤੋਂ ਬਾਅਦ ਜਾਂ ਫਿਰ ਕੁਝ ਕੋਰਸਿਸ ਇਦਾਂ ਦੇ ਨੇ ਜਿਨ੍ਹਾਂ ਦੇ ਵਿੱਚ 10+2 ਤੋਂ ਬਾਅਦ ਬੱਚੇ ਸਿੱਧਾ ਦਾਖਲਾ ਲੈ ਸਕਦੇ ਨੇ। ਉੱਥੇ ਸਿੱਧੀ ਉਹਨਾਂ ਦੀ ਜਿਹੜੀ ਆਪਣੀ CBSE ਦੀ ਜਾਂ ਜਿਹੜੀ ਆਪਣੀ ਪੰਜਾਬ ਬੋਰਡ ਦੀ ਜਾਂ ਜਿਹੜੇ ਵੀ ਬੋਰਡ ਦੇ ਵਿੱਚੋਂ ਪਾਸ ਹੁੰਦੇ ਨੇ, ਉਹਦੀ ਮੈਰਿਟ ਨੂੰ ਹੀ ਮੁੱਖ ਰੱਖਿਆ ਜਾਂਦਾ, ਉਹਦੇ ਰਾਹੀਂ ਉਹ ਦਾਖਲਾ ਲੈ ਸਕਦੇ ਨੇ। ਜਿਹੜੇ ਬੱਚਿਆਂ ਨੇ ਵੋਕੇਸ਼ਨਲ ਕੀਤੀ ਹੁੰਦੀ ਹੈ, 10+2 ਵੋਕੇਸ਼ਨਲ ਕੀਤੀ ਹੈ ਜਾਂ 10+2 ਨਾਨ ਮੈਡੀਕਲ ਕੀਤੀ ਹੈ, ਤੇ ਜਾਂ ਜਿਹੜੇ ਬੱਚਿਆਂ ਨੇ ITI ਕੀਤੀ ਹੈ, ਉਹ ਸੈਕੰਡ ਈਅਰ ਦੇ ਵਿੱਚ ਸਿੱਧਾ ਦਾਖਲਾ ਵੀ ਲੈ ਸਕਦੇ ਨੇ। ਤੇ ਜੇ ITI ਦੀ ਗੱਲ ਕਰੀਏ ਤਾਂ ਉੱਥੇ ਸਾਡੇ 3 ਤਰ੍ਹਾਂ ਦੇ ਕੋਰਸ ਹਨ। ਕੁਝ ਕੋਰਸਿਸ ਸਾਡੇ 8ਵੀਂ ਪੱਧਰ ਦੇ ਨੇ, ਕੁਝ 10ਵੀਂ ਪੱਧਰ ਦੇ, ਕੁਝ 12ਵੀਂ ਪੱਧਰ ਦੇ। ਤੇ ਤਿੰਨਾਂ ਦੇ ਲੱਗ ਜਿਹੜੀ ਉਹ ਵੀ ਮੈਰਿਟ ਬਣਦੀ ਹੈ। ਤੇ ਮੈਰਿਟ ਦੇ ਰਾਹੀਂ, ਮੈਰਿਟ ਦੇ ਵਿੱਚ ਵੀ ਇਹ ਹੈ ਕਿ ਆਨਲਾਈਨ ਬੱਚਿਆਂ ਨੇ ਅਪਲਾਈ ਕਰਨਾ ਹੁੰਦਾ।
ਸੈਂਟਰ ਲੈਵਲ ਦਾ ਜਿਹੜਾ ਸਾਡਾ ਪੰਜਾਬ ਦਾ ਚੰਡੀਗੜ੍ਹ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਦਾ ਜਿਹੜਾ ਵਿਭਾਗ ਆ, ਉਹਦੇ ਵੱਲੋਂ ਸਟੇਟ ਬੋਰਡ ਆਫ ਟੈਕਨੀਕਲ ਐਜੂਕੇਸ਼ਨ ਵੱਲੋਂ ਆਨਲਾਈਨ ਕਾਉਂਸਲਿੰਗ ਕੀਤੀ ਜਾਂਦੀ ਹੈ। ਘਰ ਬੈਠੇ ਬੱਚੇ ਆਪਣੇ ਨੈਟ ਦੇ ਉੱਤੋਂ ਹੀ ਉਹਦੇ ਲਈ ਅਪਲਾਈ ਕਰ ਸਕਦੇ ਨੇ। ਕੁਝ ਹੀ ਦਿਨਾਂ ਦੇ ਵਿੱਚ ITI ਤੇ ਪੋਲੀਟੈਕਨਿਕ ਦੋਨਾਂ ਲਈ ਐਡ ਆਉਣ ਲੱਗੀ ਹੈ। ਉੱਥੇ ਬੱਚੇ ਆਪਣਾ ਘਰ ਬੈਠੇ ਅਪਲਾਈ ਕਰ ਸਕਦੇ ਨੇ। ਘਰ ਬੈਠੇ ਹੀ ਉਹਨਾਂ ਨੂੰ ਆਪਣੇ ਕਿਹੜਾ ਕਾਲਜ ਲੈਣਾ, ਕਿਹੜੇ ਕਾਲਜ ਦੀ ਚੁਆਇਸ ਕਰਨੀ ਹੈ, ਕਿਹੜੇ ਟ੍ਰੇਡ ਲੈਣੀ ਹੈ, ਉਹ ਸਾਰਾ ਕੁਝ ਉੱਥੋਂ ਹਾਸਲ ਕਰ ਸਕਦੇ ਜੀ। ਮਤਲਬ ਪੰਜਾਬ ਟੈਕਨੀਕਲ ਐਜੂਕੇਸ਼ਨ ਦੀ ਵੈਬਸਾਈਟ ਹੈ, ਉੱਥੇ ਜਾ ਕੇ ਬੱਚੇ ਅਪਲਾਈ ਕਰ ਸਕਦੇ ਨੇ। ਹਾਂਜੀ ਹਾਂਜੀ, ਉਹਦੇ ਵਿੱਚ ਦੇਖੋ ਜਿਹੜੀ ਹੁਣ ਕੋਈ ਵੀ ਜਾਣਕਾਰੀ ਬੱਚਿਆਂ ਨੇ ਲੈਣੀ ਹੈ ਤਾਂ punjabteched.com ਜਾਂ punjabteched.net ਤੇ ਇਸ ਤੋਂ ਇਲਾਵਾ ਪੰਜਾਬ ਦੇ ਜਿੰਨੇ ਵੀ ਲੀਡਿੰਗ ਨਿਊਜ਼ਪੇਪਰ ਨੇ ਉਹਨਾਂ ਸਾਰਿਆਂ ਦੇ ਵਿੱਚ ਇਸ ਦੇ ਪ੍ਰਤੀ ਜਿਹੜੇ ਐਡ ਦਿੱਤੀ ਜਾਂਦੀ ਹੈ ਤੇ ਜਿਹੜੇ ਨਜ਼ਦੀਕੀ ਪੋਲੀਟੈਕਨਿਕ ਕਾਲਜ ਨੇ ਗਵਰਨਮੈਂਟ ਦੇ ਜਾਂ ITIs ਨੇ ਉਹਨਾਂ ਵੱਲੋਂ ਵੀ ਜਿਹੜਾ ਵੱਧ ਤੋਂ ਵੱਧ ਪ੍ਰਚਾਰ ਹੈ ਜਿਹੜਾ ਕੀਤਾ ਜਾਂਦਾ ਇਸ ਦੇ ਸੰਬੰਧ ਜੀ। ਇਹ ਗੁਰਬਖਸ਼ੀਸ਼ ਜੀ, ਇਹ ਦੱਸੋ ਕਿ ਜੇ 10th ਤੇ +2 ਤੁਸੀਂ ਕਹਿ ਰਹੇ ਹੋ, ਇਹ ਕਰਨ ਤੋਂ ਬਾਅਦ ਚੋਂ ਤੁਸੀਂ JEE ਦੇ ਪੇਪਰ ਵਗੈਰਾ ਜੋ ਵੀ ਜਿਹਦੇ ਨਾਲ ਐਂਟਰੈਂਸ ਹੁੰਦੀ ਹੈ ITI ਜਿਹੜੀ ਆ ਉਹ 10th ਤੋਂ ਬਾਅਦ ਕਰ ਸਕਦੇ ਨੇ। ਇਹਦੇ ਵਿੱਚ ਨੰਬਰ ਕਿੰਨੇ % ਕਿੰਨੀ ਹੋਣੀ ਚਾਹੀਦੀ ਹੈ ਤੇ ਵਿਸ਼ੇ ਜਿਹੜੇ ਨੇ ਕਿਹੜੇ ਕਿਹੜੇ ਹੋਣੇ ਚਾਹੀਦੇ ਨੇ 10th +2 ਦੇ ਵਿੱਚ? ਜਿਵੇਂ ਕੋਈ ਕਿਸੇ ਨੇ ਸਾਇੰਸ ਵਗੈਰਾ ਲਿਆ ਹੁੰਦਾ ਉਹ ਇਸ ਪਾਸੇ ਆ ਸਕਦਾ? ਹਾਂਜੀ, ਜਿਹੜੀ ਇੱਕ ਬੜਾ ਵਧੀਆ ਸਵਾਲ ਹੈ ਕਿ ਜ਼ਿਆਦਾਤਰ ਬੱਚਿਆਂ ਦੇ ਮਨ 'ਚ ਤੌਖਲੇ ਹੁੰਦੇ ਨੇ ਕਿ ਜਿਹੜੀ ਇੰਜੀਨੀਅਰਿੰਗ ਜਿਹੜੀ ਹੈਗੀ ਅਸੀਂ ਤਾਂ ਹੀ ਕਰ ਸਕਦੇ ਹਾਂ ਜੇ ਸਾਡੇ ਕੋਲ ਸਾਇੰਸ ਦੇ ਵਿਸ਼ੇ ਨੇ। ਨਹੀਂ, ਇਦਾਂ ਦਾ ਕੋਈ ਜ਼ਰੂਰੀ ਨਹੀਂ ਹੈਗਾ। ਸਾਡੇ ਕੋਲ ਦੋ ਤਰ੍ਹਾਂ ਦੇ ਸਿਸਟਮ ਹੈ। ਇੱਕ, ਜੇ ਸਿੱਧਾ ਬੱਚੇ ਨੇ ਇੰਜੀਨੀਅਰਿੰਗ 'ਚ ਦਾਖਲਾ ਲੈਣਾ ਹੈ ਤਾਂ ਉਹ 10+2 ਨਾਨ ਮੈਡੀਕਲ ਦੇ ਰਾਹੀਂ ਜਿਹੜਾ ਹੈਗਾ JEE ਦਾ ਐਗਜ਼ਾਮ ਦੇ ਕੇ ਉਸ ਤੋਂ ਬਾਅਦ ਉਹ ਇੰਜੀਨੀਅਰਿੰਗ ਦੇ ਵਿੱਚ ਦਾਖਲਾ ਲੈ ਸਕਦਾ ਹੈ। ਪਰ ਜੇ ਕਿਸੇ ਬੱਚੇ ਦੇ ਘਰ ਦੇ ਨਜ਼ਦੀਕ, ਕਈ ਵਾਰ ਪਿੰਡਾਂ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਮੈਡੀਕਲ ਜਾਂ ਨਾਨ ਮੈਡੀਕਲ ਸਟਰੀਮ ਜਿਹੜੀ ਹੈ ਉਹ ਨਜ਼ਦੀਕ ਦੇ ਪਿੰਡਾਂ ਦੇ ਵਿੱਚ ਕਿਤੇ ਨਹੀਂ ਹੁੰਦੀ ਤੇ ਪਰਿਵਾਰ ਮੈਂਬਰ ਵਿਚਾਰੇ ਸੋਚਦੇ ਨੇ ਕਿ ਇੰਨੀ ਦੂਰ ਬੱਚੇ ਨੂੰ ਇਕੱਲੇ ਨੂੰ ਕਿਵੇਂ ਭੇਜੀਏ। ਅੱਜ ਕੱਲ ਹਰ ਇੱਕ ਦਾ ਇਕੱਲਾ ਬੱਚੇ ਨੇ, ਇਹਨਾਂ ਚੀਜ਼ਾਂ ਦੇ ਡਰ ਹੁੰਦੇ ਨੇ। ਉਹ ਸੋਚਦੇ ਨੇ ਕਿ ਬੱਚਾ ਹਲੇ ਸਾਡਾ ਮੈਚੁਰ ਨਹੀਂ। ਉਹ ਉੱਥੇ ਕਿਤੇ ਨਾ ਕਿਤੇ ਬੱਚੇ ਨੂੰ ਆਪਣੇ ਨੇੜੇ ਦੇ ਸਕੂਲ 'ਚ ਹੀ ਪਾਉਣਾ ਚਾਹੁੰਦੇ ਨੇ। ਉੱਥੋਂ ਅਸੀਂ ਇਹ ਕਹਿ ਸਕਦੇ ਹਾਂ ਕਿ ਬੱਚਾ ITI ਕਰ ਲਵੇ ਜਾਂ ਫਿਰ ਪੋਲੀਟੈਕਨਿਕ 10ਵੀਂ ਤੋਂ ਬਾਅਦ ਸਿੱਧਾ ਜਿਹੜਾ ਹੈਗਾ ਉਹ 10th ਤੋਂ ਬਾਅਦ ਬੱਚਾ ਹੈਗਾ ਪੋਲੀਟੈਕਨਿਕ ਦੇ ਵਿੱਚ ਜਾ ਸਕਦਾ। ਉਹਦੇ ਵਿੱਚ ਜ਼ਰੂਰੀ ਹੈ ਕਿ ਸਾਇੰਸ, ਮੈਥ ਤੇ ਜਿਹੜਾ ਇੰਗਲਿਸ਼, ਇਹ 3 ਸਬਜੈਕਟਾਂ ਦੇ ਵਿੱਚ ਉਹ ਪਾਸ ਹੋਣਾ ਲਾਜ਼ਮੀ ਹੈ। ਪਰ ਹੁਣ ਤੇ ਪੰਜਾਬ ਬੋਰਡ ਦੀ ਵੀ ਸ਼ਰਤ ਹੈ ਕਿ ਉਹ ਜਿੰਨੇ ਸਾਰੇ ਪੇਪਰਾਂ 'ਚੋਂ ਬੱਚਾ ਪਾਸ ਹੋਊਗਾ ਤਾਂ ਹੀ। ਪਹਿਲਾਂ ਹੁੰਦਾ ਸੀ ਕਿ ਇੱਕ ਪੇਪਰ ਦੇ ਵਿੱਚ ਹੋਵੇ ਤਾਂ ਉਹਨੂੰ ਪਾਸ ਗਿਣ ਲਿਆ ਜਾਂਦਾ ਸੀ ਤੇ ਜੇ ਬੱਚਾ ਪਾਸ ਹੈ ਤਾਂ ਉਹ ਬੱਚਾ ਅਗਲੇ ਦਾਖਲਾ ਲੈ ਸਕਦਾ ਤੇ ਫਿਰ ਡਿਪਲੋਮਾ ਕਰਨ ਤੋਂ ਬਾਅਦ ਉਹ ਸਿੱਧਾ ਸੈਕੰਡ ਈਅਰ ਦੇ ਵਿੱਚ ਜਿਹੜਾ ਹੈਗਾ ਲੀਡ ਰਾਹੀਂ ਇੰਜੀਨੀਅਰਿੰਗ ਕਾਲਜ ਦੇ ਵਿੱਚ ਆਪਣਾ ਦਾਖਲਾ ਲੈ ਸਕਦਾ, ਜਿਹਦੀਆਂ 15% ਸੀਟਾਂ ਹਰ ਕਾਲਜ ਦੇ ਵਿੱਚ ਰਾਖਵੀਆਂ ਨੇ, ਤਾਂ ਕਿ ਇੱਕ ਕੈਰੀ ਆਨ ਸਿਸਟਮ ਹੈ। ITI ਵਾਲਾ ਬੱਚਾ ਪੋਲੀਟੈਕਨਿਕ 'ਚ ਸੈਕੰਡ ਈਅਰ 'ਚ ਦਾਖਲਾ ਲੈ ਸਕਦਾ ਹੈ। +2 ਵੋਕੇਸ਼ਨਲ ਵਾਲਾ ਜਾਂ +2 ਸਾਇੰਸ ਵਾਲਾ ਬੱਚਾ ਸੈਕੰਡ ਈਅਰ ਸਿੱਧਾ ਦਾਖਲਾ ਲੈ ਸਕਦਾ ਹੈ। ਤੇ ਇਸੇ ਤਰੀਕੇ ਨਾਲ ਜਿਹੜਾ ਬੱਚਾ ਸਾਡਾ ਨੇ ਡਿਪਲੋਮਾ ਕਰ ਲਿਆ ਉਹ BTech ਦੇ ਵਿੱਚ ਜਾ ਕੇ ਸਿੱਧਾ ਦਾਖਲਾ ਲੈ ਸਕਦਾ ਸੈਕੰਡ ਈਅਰ ਦੇ ਵਿੱਚ। ਉਹਦੇ ਵਿੱਚ ਮੈਰਿਟ ਤੇ ਹੁੰਦਾ, ਉਹਦਾ ਕੋਈ ਟੈਸਟ ਨਹੀਂ ਹੁੰਦਾ। ਇੱਕ ਚੀਜ਼ ਮੈਂ ਨਾਲ ਹੋਰ ਦੱਸਣੀ ਚਾਹਾਂਗਾ, ਜਿਹੜੇ 10+2 ਆਰਟਸ ਦੇ ਬੱਚੇ ਨੇ ਉਹ ਮਾਡਰਨ ਆਫਿਸ ਪ੍ਰੈਕਟਿਸ ਦਾ ਇੱਕ ਡਿਪਲੋਮਾ ਸਾਡੇ ਕੋਲ ਚੱਲਦਾ, ਜਿਹਦੇ ਵਿੱਚ ਅੱਜ ਕੱਲ ਦੇ ਜਿਹੜੇ ਆਫਿਸਿਸ ਨੇ ਉੱਥੇ ਸਾਨੂੰ ਕਿੱਦਾਂ ਦੇ ਸਟਾਫ ਦੀ ਜ਼ਰੂਰਤ ਪੈਂਦੀ ਹੈ, ਕਿਵੇਂ ਉਹਨਾਂ ਨੇ ਕੰਮ ਕਰਨਾ, ਮਾਡਰਨ ਆਫਿਸ ਪ੍ਰੈਕਟਿਸ ਦਾ ਇੱਕ ਡਿਪਲੋਮਾ ਕਰਵਾਇਆ ਜਾਂਦਾ ਹੈ, ਉਹਨੂੰ ਆਪਟ ਕਰ ਸਕਦੇ ਨੇ। ਤੇ ਜਿਹੜੇ ਬੱਚਿਆਂ ਨੇ +2 ਨਾਨ ਮੈਡੀਕਲ ਜਾਂ ਮੈਡੀਕਲ ਕੀਤੀ ਹੈ ਉਹਨਾਂ ਲਈ D ਫਾਰਮੇਸੀ ਤੇ B ਫਾਰਮੇਸੀ ਦੇ ਕੋਰਸ ਵੀ ਜਿਹੜੇ ਨੇ ਪੋਲੀਟੈਕਨਿਕ ਦੇ ਵਿੱਚ ਚੱਲਦੇ ਨੇ, ਜਿਨ੍ਹਾਂ ਦੀ ਯੋਗਤਾ 10+2 ਸਾਇੰਸ ਹੈ। ਉਹ +2 ਨਾਨ ਮੈਡੀਕਲ ਜਾਂ +2 ਮੈਡੀਕਲ ਦੋਨਾਂ ਦੇ ਬੱਚੇ ਹੀ ਉੱਧਰਲੇ ਪਾਸੇ ਦਾਖਲਾ ਲੈ ਸਕਦੇ ਨੇ। ਜੀ, ਇੱਕ ਗੁਰਬਖਸ਼ੀਸ਼ ਜੀ ਇਹ ਦੱਸੋ ਕਿ ਜਦੋਂ ਬੱਚਾ 10th ਤੋਂ ਬਾਅਦ ITI ਕਰਦਾ ਹੈ ਤੇ ਕੋਈ ਰਿਕਰੂਟਮੈਂਟ ਵਗੈਰਾ ITI ਵੱਲੋਂ ਹੁੰਦੀ ਹੈ ਕਿ ਉਸ ਨੂੰ ਆਪ ਹੀ ਕੋਈ ਚਾਰਾਜੋਈ ਕਰਨੀ ਪੈਂਦੀ ਹੈ? ਨਹੀਂ ਜੀ, ਇਹ ਸੁਖਵਿੰਦਰ ਜੀ ਬਹੁਤ ਵਧੀਆ ਸਵਾਲ ਹੈ। ਪਰ ਪਿਛਲੇ ਜਿਹੜੇ ਤਕਰੀਬਨ 7-8 ਵਰ੍ਹਿਆਂ ਤੋਂ ਬੜੇ ਵੱਡੇ ਪੱਧਰ ਤੇ ਉਪਰਾਲੇ ਕੀਤੇ ਗਏ ਨੇ, ਖਾਸ ਕਰਕੇ ਜਦੋਂ ਹੁਣ ਸਾਡੀ ਇਹ ਸਰਕਾਰ ਬਣੀ ਹੈ ਤਾਂ ਉਸ ਤੋਂ ਬਾਅਦ ਰੋਜ਼ਗਾਰ ਮੇਲੇ ਨੇ। ਜ਼ਿਲ੍ਹਾ ਰੋਜ਼ਗਾਰ ਬਿਊਰੋ ਹੈ ਜਿਹੜਾ, ਉਹਦੇ ਨਾਲ ਮਿਲ ਕੇ ਪੋਲੀਟੈਕਨਿਕ ਲੈਵਲ ਤੇ ITI ਲੈਵਲ ਤੇ ਇੰਜੀਨੀਅਰਿੰਗ ਕਾਲਜਿਸ ਲੈਵਲ ਤੇ ਜਾਂ ਯੂਨੀਵਰਸਿਟੀਆਂ ਲੈਵਲ ਤੇ ਉਹਨਾਂ ਦੇ ਉੱਤੇ ਜਿਹੜੇ ਰੋਜ਼ਗਾਰ ਮੇਲੇ ਲਗਾਏ ਜਾਂਦੇ ਨੇ, ਜਿੱਥੇ ਨਾਮਵਰ ਕੰਪਨੀਆਂ ਦੀ ਜਿਹੜੀ ਸ਼ਿਰਕਤ ਕਰਦੀਆਂ ਨੇ ਉੱਥੇ ਜਿਹੜਾ ਬੱਚਿਆਂ ਨੂੰ ਇੱਕ ਪਲੇਟਫਾਰਮ ਦਿੱਤਾ ਜਾਂਦਾ। ਤੇ ਹੁਣ ਤੇ ਆਨਲਾਈਨ ਰਜਿਸਟ੍ਰੇਸ਼ਨ ਵੀ ਬੱਚਿਆਂ ਦੀ ਕੀਤੀ ਜਾ ਰਹੀ ਹੈ ਦੋਨੋਂ ਸਾਈਡ ਤੋਂ, ਕਿ ਕੰਪਨੀਆਂ ਵੀ ਰਜਿਸਟਰਡ ਨੇ, ਇੱਕ ਪੋਰਟਲ ਹੈ, ਉਸ ਪੋਰਟਲ ਦੇ ਉੱਤੇ ਕੰਪਨੀਆਂ ਵੀ ਰਜਿਸਟਰਡ ਹੈ ਤੇ ਬੱਚੇ ਵੀ ਰਜਿਸਟਰਡ ਕਰ ਲੈਂਦੇ ਨੇ। ਜਦੋਂ ਉਹਨਾਂ ਨੂੰ ਜ਼ਰੂਰਤ ਆ ਸਿੱਧਾ ਵੀ ਆਪਣਾ ਕਈ ਵਾਰ ਬੱਚਿਆਂ ਨੂੰ ਲੈ ਲੈਂਦੇ ਨੇ। ਜੇ ਤੁਸੀਂ ਕੱਲ ਦੀ ਉਹ ਨਿਊਜ਼ ਦੇਖੋ ਤਾਂ ਬਠਿੰਡਾ ਪੋਲੀਟੈਕਨਿਕ ਕਾਲਜ ਦੇ ਵਿੱਚ ਜਿਹੜੇ ਨੇ ਵਿਦਿਆਰਥੀ ਔਨ ਦਾ ਜਿਹੜਾ ਹੈਗਾ ਵਿੱਤੀ ਦੇ ਰਾਹੀਂ ਲਾਕਡਾਊਨ ਦੇ ਵਿੱਚ ਵੀ ਪਲੇਸਮੈਂਟ ਉਹਨਾਂ ਦੀ ਹੋਈ ਹੈ। ਇਸੇ ਤਰੀਕੇ ਪੋਲੀਟੈਕਨਿਕ ਕਾਲਜ ਪਟਿਆਲਾ ਦੇ ਆਰਕੀਟੈਕਚਰ ਦੇ ਵਿਦਿਆਰਥੀ ਆ ਜਿਹੜੇ, ਉਹਨਾਂ ਦੀ ਵੀ ਆਨਲਾਈਨ ਵਿਧੀ ਰਾਹੀਂ ਜਿਹੜੀ ਹੈਗੀ ਪਲੇਸਮੈਂਟ ਹੋ ਚੁੱਕੀ ਹੈ। ਜੀ,
ਬਿਲਕੁਲ। ਪਰ ਮੈਂ ਇਹ ਸਵਾਲ ਇਸੇ ਲਈ ਕੀਤਾ ਸੀ ਕਿਉਂਕਿ ਮੇਨਲੀ ਕੀ ਹੁੰਦਾ ਹੈ ਕਿ ਬੱਚਿਆਂ ਨੂੰ ਮਾਪਿਆਂ ਵੱਲੋਂ ਵੀ ਇਹੀ ਹੁੰਦਾ ਹੈ ਕਿ 10 ਪੜ੍ਹ ਕੇ ਜੇ ITI ਕਰ ਰਿਹਾ ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਇਸ ਤੋਂ ਬਾਅਦ ਜੋ ਬੱਚਾ ਆਪਣੇ ਪੈਰਾਂ ਤੇ ਮਾੜਾ ਮੋਟਾ ਕਿਤੇ ਖੜਾ ਹੋ ਜਾਏ, ਆਪਣੇ ਗੁਜ਼ਾਰੇ ਜੋਗਾ ਕਰ ਲੇ ਤੇ ਉਸ ਤੋਂ ਬਾਅਦ ਫਿਰ ਅੱਗੇ ਉਹ ਪੋਲੀਟੈਕਨਿਕ ਭਾਵੇਂ ਡਿਪਲੋਮਾ ਕਰੇ, ਭਾਵੇਂ ਉਹ ਜਿਹੜਾ ਇੰਜੀਨੀਅਰਿੰਗ ਬੀਟੈਕ ਵਗੈਰਾ ਕਰੇ, ਉਹ ਜਿਹੜੇ ਮਰਜ਼ੀ ਫੀਲਡ ਵਿੱਚ ਜਾਵੇ। ਦੂਜੀ ਗੱਲ ਇਹ ਕਿ +2 ਜਿਹੜਾ ਆ ਕਰਦੇ ਬੱਚੇ ਨੇ ਉਹ ਡਿਪਲੋਮਾ ਦੇ ਵਿੱਚ ਦਾਖਲਾ ਲੈ ਲੈਂਦੇ ਨੇ, ਇਸ ਦੌਰਾਨ ਉਹਨਾਂ ਨੂੰ ਗ੍ਰੈਜੂਏਸ਼ਨ ਦੀ ਬੜੀ ਦਿੱਕਤ ਆਉਂਦੀ ਹੈ। ਕਈ ਵਾਰੀ ਜੇ ਬੀਟੈਕ ਤੱਕ ਨਹੀਂ ਪਹੁੰਚਦੇ ਤਾਂ ਗ੍ਰੈਜੂਏਟ ਹੋਣਾ ਵੀ ਉਹਨਾਂ ਲਈ ਲਾਜ਼ਮੀ ਹੋ ਜਾਂਦਾ, ਕਿਉਂਕਿ ਕਈ ਫੀਲਡਸ ਦੇ ਵਿੱਚ ਜਿਹੜਾ ਆ ਗ੍ਰੈਜੂਏਸ਼ਨ ਹੋਣੀ ਜ਼ਰੂਰੀ ਹੈ। +2 ਤੋਂ ਬਾਅਦ ਡਿਪਲੋਮਾ ਹੋਣ ਦੇ ਨਾਲ ਵਿੱਚ ਗ੍ਰੈਜੂਏਸ਼ਨ ਵਾਲਾ ਫਿਰ ਕੰਡਾ ਫਸ ਜਾਂਦਾ ਉਹਨਾਂ ਦਾ। ਸੁਖਵਿੰਦਰ ਜੀ, ਤੁਹਾਡਾ ਇੱਕ ਵਧੀਆ ਸਵਾਲ ਹੈ ਕਿਉਂਕਿ ਜ਼ਿਆਦਾਤਰ ਮਾਪੇ ਇਸ ਉਹਦੇ ਵਿੱਚ ਰੁਲੇ ਹੋਏ ਨੇ। ਪਰ ਮੈਂ ਇੱਕ ਚੀਜ਼ ਕਹਿਣੀ ਚਾਹਾਂਗਾ ਕਿ ਅਸੀਂ ਜਦੋਂ ਬੱਚਿਆਂ ਨੂੰ ਨਾ ਇਦਾਂ ਦੀ ਗਾਈਡੈਂਸ ਮਿਲਦੀ, ਉਹ ਦੋ ਰਾਹ ਅਖਤਿਆਰ ਕਰ ਰਹੇ ਨੇ। ਇੱਕ ਟੈਕਨੀਕਲ ਦਾ ਰਾਹ, ਉਹ ਵੱਖਰਾ ਰਾਹ। ਇੱਕ ਜੇ ਅਸੀਂ ਗ੍ਰੈਜੂਏਸ਼ਨ ਜਿਹੜੇ ਜ਼ਿਆਦਾ ਬੀਟੈਕ ਕਰਕੇ ਗ੍ਰੈਜੂਏਸ਼ਨ ਕਰੂਗਾ, ਪਰ ਜੇ ਆਪਾਂ ਸਿੰਪਲ ਉਹਨਾਂ ਨੂੰ ਕਹੀਏ ਕਿ ਬੱਚੇ ਨੇ ਆਰਟਸ ਦੇ ਸਬਜੈਕਟਾਂ ਦੇ ਨਾਲ ਗ੍ਰੈਜੂਏਸ਼ਨ ਕਰਨੀ ਆ ਆਪਣੇ ਸਬਜੈਕਟਾਂ ਦੇ ਨਾਲ, ਤਾਂ ਉਹ ਇੱਕ ਵੱਖਰਾ ਰਾਹ। ਪਹਿਲੀ ਗੱਲ ਤੇ ਮੈਂ ਕਦੇ ਵੀ ਬੱਚਿਆਂ ਨੂੰ ਸੁਜੈਸਟ ਨਹੀਂ ਕਰੂੰਗਾ ਕਿ ਤੁਸੀਂ ਦੋਨਾਂ ਨੂੰ ਰਲ ਗੱਡ ਕਰੋ। ਜਿਹਨੇ ਟੈਕਨੀਕਲ ਲਾਈਨ 'ਚ ਜਾਣਾ ਟੈਕਨੀਕਲ ਲਾਈਨ 'ਚ ਜਾਵੇ। ਤੇ ਨੰਬਰ ਆਫ ਐਗਜ਼ਾਮਪਲਸ ਨੇ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਹੀ ਨੇ। ਪਿਛਲੇ ਰੁਜ਼ਗਾਰ ਮੇਲਿਆਂ ਦੇ ਦੌਰਾਨ ਜਿਹੜੇ ਬੱਚਿਆਂ ਨੇ ਚੰਗੀ ਤਰ੍ਹਾਂ ਵਧੀਆ ਤਰੀਕੇ ਨਾਲ ਰੈਗੂਲਰ ਵਿਧੀ ਦੇ ਨਾਲ ITI ਕੀਤੀ ਹੋਈ ਸੀ, 20-25 ਹਜ਼ਾਰ ਦੇ ਪੈਕੇਜ ਦੇ ਉੱਤੇ ਉਹਨਾਂ ਨੂੰ ਮਾਰੂਤੀ ਵਗੈਰਾ ਚੰਗੀਆਂ ਕੰਪਨੀਆਂ, ਟੋਇਟਾ ਵਗੈਰਾ, ਉਹਨਾਂ ਨੇ ਆਪਣੀਆਂ ਵਰਕਸ਼ਾਪਾਂ ਵੀ ਈਵਨ ਐਸਟੈਬਲਿਸ਼ ਕੀਤੀਆਂ ਨੇ ਉੱਤੇ। ਇਸ ਤੋਂ ਇਲਾਵਾ ਜਿਹੜੇ ਪੋਲੀਟੈਕਨਿਕ ਦੇ ਬੱਚੇ ਨੇ ਉਹਨਾਂ ਨੂੰ ਚੰਗੀਆਂ ਕੰਪਨੀਆਂ ਜਿਹੜੀਆਂ ਲੈ ਕੇ ਗਈਆਂ ਨੇ, ਸਕਾਟਸ ਲੈ ਕੇ ਗਈ ਹੈ। ਦੂਸਰੇ ਬੱਚੇ ਨੇ ਆਪਣੇ ਪਟਿਆਲਾ ਦੇ ਵਿੱਚ ਹੀ ਜਿਹੜੀ ਹੈਗੀ ਆ ਸਕਾਟ ਕੰਪਨੀ, ਉਹ ਲੈ ਕੇ ਗਈ ਹੈ। ਹੋਰ ਜਿਹੜੀਆਂ ਨੇ ਬਹੁਤ ਜ਼ਿਆਦਾ ਨੇ ਕਿ ਫੈਡਰਲ ਮੋਗਲ, ਮਤਲਬ ਕਿ ਅੱਜ ਕੱਲ੍ਹ ਉਹਦਾ ਨਾਂ, ਉਹ ਵਾਲੇ ਪੰਨੇ ਕਈ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਬੱਚਿਆਂ ਦੀ ਪਲੇਸਮੈਂਟ ਹੋ ਜਾਂਦੀ ਹੈ। ਪਰ ਗੱਲ ਇਹ ਹੈ ਕਿ ਬੱਚਿਆਂ ਦੀ ਇੱਕ ਸਭ ਤੋਂ ਵੱਡੀ ਦਿੱਕਤ ਸੁਖਵਿੰਦਰ ਜੀ ਜਿਹੜੀ ਆ ਰਹੀ ਹੈ, ਜਿਹੜੀ ਦੇਖਣ ਨੂੰ ਮਿਲਦੀ ਹੈ, ਕਿ ਘਰ ਦੇ ਵਿੱਚ ਬੈਠ ਕੇ ਡਿਪਲੋਮਾ ITI ਕਰਨ ਨੂੰ ਤਰਜੀਹ ਜ਼ਿਆਦਾਤਰ ਲੋਕੀ ਦੇਣ ਲੱਗ ਗਏ। ਜੇ ਉਹਨਾਂ ਨੂੰ ਕੋਈ ਕਹਿ ਦਿੰਦਾ ਕਿ ਘਰ ਬੈਠੇ ਹੀ ਕਰ ਲਓ ਜੀ, ਅਸੀਂ ਤੁਹਾਨੂੰ ਘਰ ਕਰਾ ਦੇ। ਟੈਕਨੀਕਲ ਸਬਜੈਕਟਾਂ ਜਿਹੜੇ ਉਹ ਰੈਗੂਲਰ ਜਿੰਨਾ ਚਿਰ ਤੁਸੀਂ ਕਲਾਸਾਂ ਅਟੈਂਡ ਨਹੀਂ ਕਰੋਗੇ, ਪ੍ਰੈਕਟੀਕਲ ਨੌਲੇਜ ਹਾਸਲ ਨਹੀਂ ਕਰੋਗੇ, ਉਹਨਾਂ ਚਿਰ ਤੁਸੀਂ ਉਹਦੇ ਵਿੱਚ ਕੁਝ ਨਹੀਂ ਕਰ ਸਕਦੇ। ਹੁਣ ਵੀ ਪਿੱਛੇ ਲਾਕਡਾਊਨ ਦੇ ਵਿੱਚ ਇੱਕ ਉਪਰਾਲਾ ਕੀਤਾ ਡਾਇਰੈਕਟਰ ਟੈਕਨੀਕਲ ਐਜੂਕੇਸ਼ਨ ਨੇ NITTR ਚੰਡੀਗੜ੍ਹ ਦੇ ਨਾਲ ਮਿਲ ਕੇ। ਉਹਨਾਂ ਨੇ ਪਹਿਲਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਕੀਤਾ ਸੀ, ਫਿਰ ਸਟੂਡੈਂਟਸ ਫਾਈਨਲ ਈਅਰ ਦੇ ਲਈ ਐਂਟਰਪ੍ਰੀਨਿਓਰਸ਼ਿਪ ਦੇ ਲਈ ਕਿ ਉਹਨਾਂ ਦੇ ਵਿੱਚ ਉਹ ਆਤਮ ਨਿਰਭਰਤਾ ਦੇ ਨਾਲ ਆਪਣੇ ਉਦਯੋਗ ਸਥਾਪਿਤ ਕਰਨ। ਉਹਨਾਂ ਦਾ ਟੀਚਾ ਵੀ ਹੈ ਘੱਟ ਤੋਂ ਘੱਟ ਹਰ ਜ਼ਿਲ੍ਹੇ ਦੇ ਵਿੱਚੋਂ 50 ਬੱਚਿਆਂ ਨੂੰ ਇਸ ਵਾਰ ਕੱਢਣ, ਜਿਹੜੇ ਚਾਹੇ ਛੋਟੇ ਸ਼ੁਰੂਆਤ ਨਿੱਕੇ ਤੋਂ ਕਰਨ। ਉਹਨਾਂ ਨੇ ਸਕਸੈਸਫੁਲ ਐਂਟਰਪ੍ਰੀਨਿਓਰਸ ਸੀ ਜਿਹੜੇ ਉਹਨਾਂ ਨੂੰ ਮਿਲਾਇਆ ਵੀ, ਜਿਨ੍ਹਾਂ ਦੇ ਵਿੱਚ ਉਹਨਾਂ ਨੂੰ ਰੂਬਰੂ ਕਰਵਾਇਆ ਵਿਦਿਆਰਥੀਆਂ ਦੇ ਤੇ ਫੈਕਲਟੀ ਦੇ, ਜਿਨ੍ਹਾਂ ਨੇ ਕਿਸੇ ਸਮੇਂ 500 ਰੁਪਏ ਤੋਂ 1000 ਰੁਪਏ ਤੋਂ ਕੰਮ ਸ਼ੁਰੂ ਕਰਕੇ ਅੱਜ ਉਹਨਾਂ ਦਾ ਕਰੋੜਾਂ ਦਾ ਟਰਨਓਵਰ ਹੈ। ਸ਼ੁਰੂਆਤ ਕਿਤੋਂ ਕਰਨੀ ਪੈਂਦੀ ਹੈ। ਜਦੋਂ ਅਸੀਂ ਬੱਚਿਆਂ ਦੇ ਮਨ 'ਚ, ਮੈਂ ਥੋੜੇ ਜਿਹੇ ਦਿਨੇ ਇੱਕ ਬੱਚੇ ਨਾਲ ਗੱਲ ਚੱਲ ਰਹੀ ਸੀ ਫੋਨ ਦੇ ਉੱਤੇ, ਤੇ ਉਹ ਬੱਚੇ ਨੂੰ ਪੁੱਛਿਆ ਕਿ ਤੁਸੀਂ ਕੀ ਕੀਤਾ ਗਾ। ਉਹ ਕਹਿੰਦੇ ਜੀ ਮੈਂ ਇਦਾਂ ਕਿ ਪਹਿਲਾਂ ਮੈਂ ਗ੍ਰੈਜੂਏਸ਼ਨ ਕੀਤੀ ਸੀ, ਹੁਣ ਮੈਂ ITI ਕਰ ਰਹੀ ਹਾਂ। ਇੱਕ ਲੜਕੀ ਸੀ ਤੇ ਮੈਨੂੰ ਬੜਾ ਲੱਗਿਆ, ਮੈਂ ਬੇਟਾ ਗ੍ਰੈਜੂਏਸ਼ਨ ਤੋਂ ਬਾਅਦ ITI। ਉਹ ਬੱਚੇ ਸਾਡੇ ਕਿਤੇ ਨਾ ਕਿਤੇ ਭਟਕੇ ਹੋਏ ਨੇ, ਉਹਨਾਂ ਨੂੰ ਸੇਧ ਦੀ ਲੋੜ ਹੈ ਕਿ ਜੇ ਤੁਸੀਂ ਟੈਕਨੀਕਲ ਸਾਈਡ ਜਾ ਰਹੇ ਹੋ ਤਾਂ ਟੈਕਨੀਕਲ ਸਾਈਡ ਹੀ ਜਾਓ, ਜੇ ਤੁਸੀਂ ਆਰਟਸ ਵਾਲੀ ਸਾਈਡ ਜਾ ਰਹੇ ਹੋ ਤਾਂ ਆਰਟਸ ਵਾਲੀ ਸਾਈਡ ਜਾਓ, ਜੇ ਤੁਸੀਂ ਮੈਡੀਕਲ ਲਾਈਨ 'ਚ ਜਾ ਰਹੇ ਹੋ ਤਾਂ ਮੈਡੀਕਲ ਲਾਈਨ 'ਚ ਜਾਓ, ਜੇ ਤੁਸੀਂ ਕਮਰਸ ਸਾਈਡ ਜਾ ਰਹੇ ਹੋ ਕਮਰਸ ਸਾਈਡ ਜਾਓ। ਬਿਲਕੁਲ, ਉਹ ਉੱਥੇ ਕਿਤੇ ਕਿਤੇ ਬੱਚੇ ਭਟਕ ਜਾਂਦੇ ਨੇ। ਗੱਲ ਤਾਂ ਗੁਰਬਖਸ਼ ਜੀ ਇਹੀ ਹੈ ਨਾ ਕਿ ਬੱਚਿਆਂ ਕੋਲ ਕੋਈ ਰੋਡ ਮੈਪ ਨਹੀਂ ਹੁੰਦਾ, ਮਾਪਿਆਂ ਨੂੰ ਇੰਨਾ ਪਤਾ ਨਹੀਂ ਹੁੰਦਾ ਕਿ ਬੱਚੇ ਜੇ 10th ਤੋਂ ਬਾਅਦ ITI ਕਰਦੇ ਨੇ, ਕਿਉਂਕਿ ਕਈ ਵਾਰੀ ਪਰਿਵਾਰਾਂ ਦੇ ਵਿੱਚ ਵੀ ਇਹ ਹੋ ਜਾਂਦਾ ਕਿ ਜੀ ਤੁਹਾਡਾ ਬੱਚਾ ਇੰਜੀਨੀਅਰਿੰਗ ਨਹੀਂ ਕਰ ਰਿਹਾ, ਜੀ ITI ਕਰ ਰਿਹਾ, ਤਾਂ ਲੋਕ ਉਹਨੂੰ ਥੋੜਾ ਜੇ ਕੋਈ ਪ੍ਰੈਕਟੀਕਲ ਕਿੱਤੇ ਦੇ ਵਿੱਚ ਆਉਂਦਾ ਤਾਂ ਹੋਰ ਨਜ਼ਰੀਏ ਨਾਲ ਦੇਖਦੇ ਨੇ। ਨਜ਼ਰੀਆ ਵੀ ਬਦਲਣ ਦੀ ਜ਼ਰੂਰਤ ਹੈ। ਇੱਥੇ ਇੱਕ ਹੋਰ ਸਵਾਲ ਹੈ ਕਿ ਆਪਾਂ ITI ਦੇ ਉੱਤੇ ਮੈਂ ਇਸ ਕਰਕੇ ਜ਼ਿਆਦਾ ਫੋਕਸ ਕਰ ਰਿਹਾ ਕਿਉਂਕਿ ਸ਼ੁਰੂਆਤ ਜਿਹੜੀ ਹੈ 10th ਤੋਂ ਬਾਅਦ, ਕਿਉਂਕਿ ਅੱਜ ਕੱਲ੍ਹ ਕਈ ਵਾਰੀ ਇਹ ਹੁੰਦਾ ਹੈ ਕਿ ਬੱਚੇ ਕਈ ਨਹੀਂ ਪੜ੍ਹਦੇ, ਜਿਹੜੇ ਆਮ ਘਰਾਂ ਦੇ ਬੱਚੇ ਨੇ ਉਹ ਨਹੀਂ ਪੜ੍ਹਾਈ 'ਚ ਦਿਲਚਸਪੀ ਲੈਂਦੇ, ਤੇ ਉਹਨਾਂ ਨੂੰ ਮਤਲਬ ਕਿ 10th ਤੋਂ ਬਾਅਦ ITI ਦੇ ਵਿੱਚ ਪਾ ਦਿੱਤਾ ਜਾਵੇ ਤਾਂ ਉਹ ਬੈਟਰ ਹੋਵੇਗਾ, ਕਿਉਂਕਿ ਇਹਦੇ ਨਾਲ ਇੱਕ ਤਾਂ ਉਹ ਸਸਤਾ ਹੁੰਦਾ ਹੈ, ਪੜ੍ਹਾਈ ਮਤਲਬ ਕਿ ਸਸਤੀ ਹੁੰਦੀ ਹੈ, ਬਹੁਤਾ ਬੋਝ ਜਿਹੜਾ ਮਾਪਿਆਂ ਤੇ ਨਹੀਂ ਪੈਂਦਾ ਫੀਸਾਂ ਦਾ। ਦੂਜੀ ਗੱਲ ਇਹ ਦੱਸੋ ਕਿ ITI ਦੇ ਵਿੱਚ ਕਿਹੜੇ ਕਿਹੜੇ ਕੋਰਸ ਹੁੰਦੇ ਨੇ? ITI ਦੇ ਇਸ ਟਾਈਮ ਤੇ ਜਿਹੜੇ ਪੰਜਾਬ ਦੇ ਵਿੱਚ ਨੇ ਜੀ ਤਕਰੀਬਨ 96 ਕੋਰਸ ਨੇ, ਜਿਨ੍ਹਾਂ ਦੇ ਵਿੱਚ ਕਾਰਪੈਂਟਰੀ, ਵੈਲਡਰ, ਇਲੈਕਟ੍ਰੀਸ਼ੀਅਨ, ਕੰਪਿਊਟਰ ਦਾ ਜਿਹਨੂੰ ਕੋਪਾ ਦਾ ਕਹਿ ਦਿੰਦੇ ਆ, ਲੜਕੀਆਂ ਲਈ ਹੇਅਰ ਐਂਡ ਸਕਿਨ ਕੇਅਰ, ਜਾਂ ਉਹਨਾਂ ਨੂੰ ਕਹਿ ਲਈਏ ਕਿ ਸਿਲਾਈ ਕਢਾਈ ਦੇ, ਸਿਲਾਈ ਦਾ ਵੱਖਰਾ, ਕਢਾਈ ਦਾ ਵੱਖਰਾ, ਕੁੱਕਰੀ ਦੇ ਕੋਰਸਿਸ ਨੇ, ਜਿਹੜੇ ਮਤਲਬ ਹਰ ਤਰੀਕੇ ਦਾ ਉਹ ਹੱਥੀ ਰੁਜ਼ਗਾਰ ਜਿਹੜਾ ਮਤਲਬ ਕਿ ਬੱਚੇ ਕਰਨਾ ਚਾਹੁੰਦੇ ਨੇ, ਹੱਥੀ ਰੁਜ਼ਗਾਰ ਹੋਵੇ।
ਬਿਲਕੁਲ ਜੀ, ਹਰ ਤਰੀਕੇ ਦਾ ਪਲੰਬਰ ਦਾ, ਸਾਰੇ ਤਰ੍ਹਾਂ ਦੇ। ਈਵਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣੀ ਚਾਹਾਂਗਾ ਕਿ ਮੈਂ ਰੂਰਲ ਡਿਵੈਲਪਮੈਂਟ ਸੈੱਲ ਆ ਸਾਡੇ, ਇੱਕ ਕਮਿਊਨਿਟੀ ਡਿਵੈਲਪਮੈਂਟ, ਜਿਹਦੇ ਵਿੱਚ ਅਸੀਂ ਫ੍ਰੀ ਆਫ ਕਾਸਟ ਬੱਚਿਆਂ ਨੂੰ 6-6 ਮਹੀਨੇ ਦੀ ਟ੍ਰੇਨਿੰਗ ਦਿੰਦੇ ਹਾਂ। ਉਸ ਦੇ ਵਿੱਚ ਸਾਡਾ ਕਾਰਪੈਂਟਰੀ ਦਾ, ਜਿਨ੍ਹਾਂ ਬੱਚਿਆਂ ਨੇ ਜਾਂ ਵੈਲਡਰ ਦਾ ਕੋਰਸ ਕੀਤਾ, ਉਹਨਾਂ ਦੇ ਵਿੱਚੋਂ ਤਕਰੀਬਨ 20 ਸਕਸੈਸਫੁਲ ਸਟੋਰੀਆਂ ਨੇ ਮੇਰੇ ਕੋਲ, ਜਿਹੜੇ ਬੱਚੇ ਆਪਣਾ ਕੰਮ ਆਪਣੇ ਹੱਥੀਂ ਕਰ ਰਹੇ ਨੇ ਤੇ ਪਿੰਡਾਂ ਦੇ ਵਿੱਚ ਵਧੀਆ ਰੁਜ਼ਗਾਰ ਚਲਾ ਰਹੇ ਨੇ। ਤੇ ਉਹਨਾਂ ਨੇ ਆਪਣੇ ਆਲੇ ਦੁਆਲੇ ਸ਼ੁਰੂ ਕਰਤਾ। ਪਿੱਛੇ ਲੜਕੀਆਂ ਦਾ ਇੱਕ ਸੈਲਫ ਹੈਲਪ ਗਰੁੱਪ, ਸਿਲਾਈ ਕਢਾਈ ਜਿਨ੍ਹਾਂ ਕੁੜੀਆਂ ਨੇ ਕੀਤੀ, ਉਹਨਾਂ ਦਾ ਅਸੀਂ ਸੈਲਫ ਹੈਲਪ ਗਰੁੱਪ ਤਿਆਰ ਕਰਵਾਇਆ। ਉਹਨਾਂ ਲੜਕੀਆਂ ਨੇ ਪਹਿਲਾਂ ਜਿਹੜੇ ਸੀਗੇ ਬੈਗਸ ਤਿਆਰ ਕੀਤੇ ਪੋਲੀਥੀਨ ਦਾ ਬਦਲ, ਤੇ ਉਹ ਤਕਰੀਬਨ ਉਹਨਾਂ ਬੱਚੀਆਂ ਨੇ ਦਸੰਬਰ ਤੋਂ ਲੈ ਕੇ ਹੁਣ ਤੱਕ ਪਹਿਲਾਂ 50,000 ਰੁਪਇਆ ਬੈਗਾਂ ਦੇ ਵਿੱਚੋਂ ਕਮਾਇਆ। ਹੁਣ ਉਹਨਾਂ ਨੇ ਲਾਕਡਾਊਨ ਪੀਰੀਅਡ ਦੇ ਵਿੱਚ ਮਾਸਕ ਤਿਆਰ ਕਰਕੇ, ਜਿਨ੍ਹਾਂ ਦੀਆਂ ਖਬਰਾਂ ਵੀ ਜਿਹੜੀਆਂ ਨੇ ਸਾਡੇ ਲੀਡਿੰਗ ਨਿਊਜ਼ਪੇਪਰਾਂ ਦਾ ਹਿੱਸਾ ਬਣੀਆਂ, ਉਹ 10 ਕੁੜੀਆਂ ਨੇ ਇੱਕ ਗਰੁੱਪ ਬਣਾਇਆ, ਉਹਨਾਂ ਨੂੰ ਦੇਖ ਕੇ 10 ਕੁੜੀਆਂ ਨੇ ਹੋਰ ਬਣਾਇਆ। ਤੇ ਚਾਹੇ ਉਹਨਾਂ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਨੂੰ ਪਰ ਮੰਥਲੀ ਜਿਹੜਾ ਹੈਗਾ 2-2, 3-3 ਹਜ਼ਾਰ ਇੱਕ ਬੱਚੀ ਨੂੰ ਆਇਆ, ਪਰ ਘਰ ਬੈਠੇ ਉਹਨਾਂ ਨੇ ਰੁਜ਼ਗਾਰ ਹਾਸਲ ਕਰਨ ਦਾ ਇੱਕ ਯਤਨ ਕੀਤਾ। ਸਾਨੂੰ ਨਜ਼ਰੀਆ ਬਦਲਣਾ ਪਊਗਾ। ਜਿਹੜੇ ਨਿੱਕੇ ਨਿੱਕੇ ਉਦਯੋਗ ਨੇ ਬਹੁਤ ਲਾਹੇਵੰਦ ਹੁੰਦੇ ਨੇ, ਤੇ ਖਾਸ ਕਰਕੇ ਜੇ ਅਸੀਂ ਸਾਡੇ ਸ਼ਹਿਰਾਂ ਦੀ ਗੱਲ ਕਰੀਏ, ਜੇ ਪਟਿਆਲੇ ਦੀ ਗੱਲ ਕਰੀਏ, ਇੱਥੇ ਫੁਲਕਾਰੀ ਉਦਯੋਗ ਪਿਆ, ਜੁੱਤੀ ਦਾ ਕੰਮ ਪਿਆ, ਕਿੰਨੇ ਨਿੱਕੇ ਨਿੱਕੇ ਕੰਮ ਨੇ। ਜੇ ਉਹਨਾਂ ਨੂੰ ਥੋੜਾ ਟੈਕਨੀਕਲੀ ਅਸੀਂ ਸਿੱਖ ਕੇ, ਨਾਲ ਵਧੀਆ ਮਸ਼ੀਨਾਂ ਲਾ ਕੇ ਉਹਨਾਂ ਨੂੰ ਪ੍ਰਫੁੱਲਤ ਕੀਤਾ ਜਾਵੇ, ਤਾਂ ਬਹੁਤ ਵੱਡੇ ਪੱਧਰ ਤੇ ਪ੍ਰਫੁੱਲਤ ਕੀਤਾ ਜਾ ਸਕਦਾ। ਸਾਡੇ ਨੇੜੇ ਕੀ ਹੈ, ਉਹਦੀਆਂ ਸੰਭਾਵਨਾਵਾਂ ਕੀ ਨੇ, ਸਾਡੀਆਂ ਸਟਰੈਂਥ ਕੀ ਹੈ, ਪਹਿਲਾਂ ਬੱਚਿਆਂ ਨੂੰ ਆਪਣੇ ਅੰਦਰ ਦੀ ਸ਼ਮਤਾ ਦੇਖਣ ਦੀ ਜ਼ਰੂਰਤ ਹੈ। ਜੇ ਆਪਾਂ ਧਨੌਲੇ ਵਗੈਰਾ, ਤੁਸੀਂ ਕਦੇ ਗਏ ਹੋ ਸੁਖਵਿੰਦਰ ਜੀ, ਬਰਨਾਲਾ ਸਾਈਡ ਦੀ ਆਪਾਂ ਗੱਲ ਕਰੀਏ, ਜੀ ਜੀ, ਉੱਥੇ ਦੇਖੋ ਲੱਕੜ ਦੇ ਖਿਡੌਣੇ ਬਣਾਉਣ ਦੇ ਮਿਸਤਰੀਆਂ ਦੇ ਜਿਹੜੇ ਬੱਚੇ ਸੀ, ਉਹਨਾਂ ਨੇ ਕੰਮ ਸ਼ੁਰੂ ਕੀਤਾ ਤੇ ਕਿੰਨਾ ਕੰਮ ਉਹਨਾਂ ਨੇ ਕਰ ਲਿਆ। ਜੇ ਅਸੀਂ ਪਟਿਆਲੇ ਭਾਰਤ ਕੰਬਾਈਨ ਵਾਲਿਆਂ ਦੀ ਗੱਲ ਕਰੀਏ, ਜਾਂ ਅਸੀਂ ਪ੍ਰੀ ਟਰੈਕਟਰ ਵਾਲਿਆਂ ਦੀ ਗੱਲ ਕਰੀਏ, ਹੰਡਿਆਏ ਵਾਲਿਆਂ ਦੀ, ਸਟੈਂਡਰਡ ਵਾਲਿਆਂ ਦੀ ਗੱਲ ਕਰੀਏ, ਮੇਰੇ ਖਿਆਲ ਦੇ ਵਿੱਚ ਇਹਨਾਂ ਨੇ ਸ਼ੁਰੂਆਤ ਦੇ ਵਿੱਚ ਇਹਨਾਂ ਕੋਲ ਕੋਈ ਵੀ ਟੈਕਨੀਕਲ ਕੰਮ ਨਹੀਂ ਸੀ, ਪਰ ਇਹਨਾਂ ਦਾ ਸਿਦਕ ਸੀ। ਫਿਰ ਸਿੱਖ ਕੇ, ਜਾਂ ਫਿਰ ਇਹਨਾਂ ਨੇ ਕੁਝ ਐਕਸਪਰਟਸ ਇਦਾਂ ਦੇ ਲਾਏ, ਤਾਂ ਉਸ ਤੋਂ ਬਾਅਦ ਇਹ ਬੰਦੇ ਕਿਤੇ ਨਾ ਕਿਤੇ ਪਹੁੰਚ ਗਏ ਨੇ। ਦੇਖੋ ਅੱਜ ਉਹਨਾਂ ਦੀ ਟਰਨਓਵਰ ਕਿੱਡੀ ਹੈ, ਤੇ ਉਹ ਵਰਲਡ ਮਾਰਕੀਟ ਦੇ ਵਿੱਚ ਉਹਨਾਂ ਦਾ ਆਪਣਾ ਸਥਾਨ ਬਣਾ ਚੁੱਕੇ ਨੇ। ਸੋ ਸ਼ੁਰੂਆਤ ਕਿਤੇ ਨਾ ਕਿਤੋਂ ਕਰਨ ਦੀ ਲੋੜ ਪੈਂਦੀ ਹੈ, ਬੱਚਿਆਂ ਦਾ ਨਜ਼ਰੀਆ ਸ਼ੁਰੂਆਤ ਕਰਨੀ ਜ਼ਰੂਰੀ ਹੈ। ਇੱਕ ਗੁਰਬਖਸ਼ ਜੀ, ਇਹ ਦੱਸੋ ਕਿ ਇਹਦੇ ਬਾਰੇ ਜੇਕਰ ਕਿਸੇ ਨੇ ਕੋਈ ਫੀਸ ਨਹੀਂ ਭਰ ਸਕਦਾ, ਕਈ ਵਾਰੀ ਇਹ ਹੁੰਦਾ ਕਿ ਆਰਥਿਕ ਤੌਰ ਤੇ ਤੰਗੀ ਹੁੰਦੀ ਹੈ, ਤੇ ਕੋਈ ਵਜ਼ੀਫਾ ਸਰਕਾਰ ਦੇ ਵੱਲੋਂ ਕੋਈ ਸਕਾਲਰਸ਼ਿਪ ਵਗੈਰਾ ਦਿੱਤੀ ਜਾਂਦੀ ਹੈ ਵਿਦਿਆਰਥੀਆਂ ਨੂੰ, ਉਹਦਾ ਜ਼ਰੀਆ ਕੀ ਹੈ, ਕਿਵੇਂ ਮਿਲ ਸਕਦੀ ਹੈ? ਹਾਂਜੀ, ਬਿਲਕੁਲ ਬਹੁਤ ਵਾਜਬ ਸਵਾਲ ਹੈ, ਕਿਉਂਕਿ ਜਦੋਂ ਸਭ ਤੋਂ ਵੱਡੀ ਪ੍ਰੋਬਲਮ ਇਹੀ ਆਉਂਦੀ ਹੈ ਕਿ ਸਾਡੇ ਜਿਹੜੇ ਬੱਚੇ ਨੇ, ਉਹ ਪਿੰਡਾਂ ਦੇ ਵਿੱਚ ਜੇ ਅਸੀਂ ਦੇਖੀਏ ਤਾਂ ਆਰਥਿਕ ਪੱਧਰ, ਪਹਿਲਾਂ ਜੋ ਪੰਜਾਬ ਨੂੰ ਕਿਸੇ ਲੈਵਲ ਤੇ ਅਸੀਂ ਕਹਿੰਦੇ ਸੀ ਕਿ ਪੰਜਾਬ ਬਹੁਤ ਅਮੀਰ ਸੂਬਾ, ਉਹ ਅੱਜ ਕੱਲ੍ਹ ਦਿਖਾਵੇ ਦਾ ਰਹਿ ਚੁੱਕਿਆ। ਜ਼ਿਆਦਾਤਰ ਪਰਿਵਾਰ ਆਰਥਿਕ ਤੌਰ ਤੇ ਪਛੜੇ ਹੋਏ, ਉਹ ਕਿਤੇ ਨਾ ਕਿਤੇ ਫੀਸ ਦੇ ਡਰ ਤੋਂ ਪੜ੍ਹਾਉਣ ਤੋਂ ਘਬਰਾ ਜਾਂਦੇ ਨੇ। ਪਰ ਜਿਹੜੀ ਹੈ ਕਿ ਇੱਕ ਤਾਂ ਜਿੰਨੇ ਬੱਚੇ ਅਨੁਸੂਚਿਤ ਜਾਤੀ ਜਾਂ ਅਨੁਸੂਚਿਤ ਕਬੀਲਿਆਂ ਨਾਲ ਸੰਬੰਧਿਤ ਨੇ, ਜਿਨ੍ਹਾਂ ਦੇ ਪਰਿਵਾਰਾਂ ਦੀ ਆਮਦਨ 2.5 ਲੱਖ ਤੋਂ ਘੱਟ ਹੈ, ਉਹ ਸਾਰੇ ਦੇ ਸਾਰੇ ਬੱਚਿਆਂ ਦੀ 3 ਸਾਲ ਦੀ ਡਿਪਲੋਮਾ ਲੈਵਲ ਦੀ ਕੋਈ ਫੀਸ ਨਹੀਂ ਲਈ ਜਾਂਦੀ, ਜੇ ਪੋਲੀਟੈਕਨਿਕ ਵਿੱਦਿਆ ਉਹ ਹਾਸਲ ਕਰਨੀ ਚਾਹੁੰਦੇ। ਇਸੇ ਤਰੀਕੇ ਜੋ ITI ਲੈਵਲ ਦੀ ਆਪਣੀ ਵਿੱਦਿਆ ਹਾਸਲ ਕਰਨੀ ਚਾਹੁੰਦੇ ਤਾਂ ਉਹਨਾਂ ਦੀ ਕੋਈ ਵੀ ਫੀਸ ਨਹੀਂ ਲਈ ਜਾਂਦੀ, ਜਿਨ੍ਹਾਂ ਦੇ ਪਰਿਵਾਰਾਂ ਦੀ ਐਨੂਅਲ ਇਨਕਮ ਜਿਹੜੀ ਆ ਉਹ 2.5 ਲੱਖ ਤੋਂ ਘੱਟ ਹੈ। ਇਸੇ ਤਰੀਕੇ ਜਿਹੜੇ ਜਰਨਲ ਕੈਟਾਗਰੀ ਦੇ ਜਾਂ ਦੂਸਰੇ ਬੱਚੇ ਨੇ, ਜਾਂ VC ਕੈਟਾਗਰੀ ਨਾਲ ਸੰਬੰਧਿਤ ਬੱਚੇ ਨੇ, ਇੱਕ ਤੇ ਜਿਹੜੇ ਹੈ ਕਿ ਸਾਡੀ ਪੰਜਾਬ ਸਰਕਾਰ ਨੇ ਪਿਛਲੇ ਆਉਂਦੇ ਹੀ ਇਹਨਾਂ ਨੇ ਇੱਕ ਫੈਸਲਾ ਕੀਤਾ ਸੀ ਕਿ ਜਿੰਨੇ ਮੈਰੀਟੋਰੀਅਸ ਬੱਚੇ ਨੇ ਉਹਨਾਂ ਨੂੰ ਮੁੱਖ ਮੰਤਰੀ ਵਜ਼ੀਫਾ ਯੋਜਨਾ ਸ਼ੁਰੂ ਕੀਤੀ ਗਈ। ਮੁੱਖ ਮੰਤਰੀ ਵਜ਼ੀਫਾ ਯੋਜਨਾ ਦੇ ਵਿੱਚ ਜਿਸ ਬੱਚੇ ਦੇ 60% ਤੋਂ ਉੱਤੇ ਨੰਬਰ ਨੇ, ਉਹਦੀ ਸਾਰੇ ਜਿਹੜੀ ਹੈਗੀ 70% ਟਿਊਸ਼ਨ ਫੀਸ ਮਾਫ ਕੀਤੀ ਜਾਂਦੀ। ਟਿਊਸ਼ਨ ਫੀਸ ਮਤਲਬ ਕਿ ਲਾ ਲਓ ਜੀ, ਜੇ ਸਾਡੀ 30,000 ਫੀਸ ਬਣ ਜਾਏ ਤਾਂ 22,000 ਉਹ ਤੋਂ ਟਿਊਸ਼ਨ ਫੀਸ ਹੈ, ਤੇ 22,000 ਦਾ 70% ਤੋਂ ਬੱਚਿਆਂ ਦਾ ਮਾਫ ਹੋ ਜਾਂਦਾ ਸਾਲਾਨਾ, ਤੇ ਉਹਦੇ ਲਈ ਕੋਈ ਵੀ ਹੋਰ ਕੰਡੀਸ਼ਨ ਨਹੀਂ ਹੈਗੀ। ਤੇ ਜੇ ਬੱਚੇ ਦੇ 70% ਤੋਂ ਉੱਤੇ ਨੰਬਰ ਨੇ ਤਾਂ ਉਹਦੀ 80% ਫੀਸ ਮਾਫ ਹੁੰਦੀ ਟਿਊਸ਼ਨ ਫੀ। ਜਿਹਦੇ 80 ਤੋਂ ਉੱਪਰ ਨੇ ਉਹਨੂੰ 90% ਮਾਫ ਹੁੰਦੀ ਹੈ, ਤੇ ਜਿਹਨੇ 90% ਤੋਂ ਉੱਤੇ ਅੰਕ ਹਾਸਲ ਕੀਤੇ ਨੇ ਬੱਚੇ ਨੇ, ਉਹਨੂੰ 100% ਜਿਹੜੀ ਹੈ ਟਿਊਸ਼ਨ ਫੀਸ ਮਾਫ ਹੈ। ਸੋ ਜਦੋਂ ਬੱਚਿਆਂ ਨੂੰ ਐਡੇ ਪੱਧਰ ਦੇ ਉੱਤੇ ਹੈ, ਤੇ ਇਸ ਤੋਂ ਇਲਾਵਾ ਹਰ ਕਾਲਜ ਦੇ ਵਿੱਚ 5% ਸੀਟਾਂ ਜਿਹੜੀਆਂ ਨੇ ਰਾਖਵੀਆਂ ਨੇ, ਜਿਹੜੇ ਮੈਰੀਟੋਰੀਅਸ ਬੱਚਿਆਂ ਲਈ। ਜਿਹੜੇ ਬੱਚੇ ਉਹ ਪਹਿਲੇ 5% ਉਹਦੇ ਵਿੱਚ ਮੈਰੀਟੋਰੀਅਸ ਬੱਚੇ ਆ ਜਾਂਦੇ, ਉਹਨਾਂ ਦੀ ਪੂਰੀ ਟਿਊਸ਼ਨ ਫੀਸ 3 ਸਾਲਾਂ ਦੀ ਮਾਫ ਕਰ ਦਿੱਤੀ। ਤੇ ਇਸ ਤੋਂ ਇਲਾਵਾ ਵੀ ਜਿਹੜੇ ਬੱਚੇ ਫਿਰ ਕਲਾਸ ਦੇ ਵਿੱਚ ਪਹਿਲੀ, ਦੂਜੀ ਜਾਂ ਤੀਜੀ ਪੋਜੀਸ਼ਨ ਹਾਸਲ ਕਰਦੇ, ਉਹਨਾਂ ਨੂੰ ਗੌਰਮੈਂਟ ਅਦਾਰੇ, ਇਹ ਜਿਹੜੀ ਹੈਗੀ, ਇਹ ਜਿਹੜੀ ਮੈਂ ਤੁਹਾਨੂੰ ਮੁੱਖ ਮੰਤਰੀ ਵਜ਼ੀਫਾ ਯੋਜਨਾ ਦੱਸੀ ਹੈ, ਗੌਰਮੈਂਟ ਅਦਾਰਿਆਂ ਲਈ ਹੈ। ਕਿਉਂਕਿ ਕਈ ਵਾਰ ਬੱਚੇ ਕਨਫਿਊਜ਼ ਹੋ ਜਾਂਦੇ ਨੇ ਕਿ ਸਾਨੂੰ ਨਹੀਂ ਮਿਲਿਆ, ਇਹ ਮੇਰਾ ਦੱਸਣਾ ਜ਼ਰੂਰੀ ਹੈ ਕਿ ਸਿਰਫ ਤੇ ਸਿਰਫ ਗੌਰਮੈਂਟ ਅਦਾਰਿਆਂ ਦੇ ਵਿੱਚ ਹੈ। ਇਸ ਤੋਂ ਇਲਾਵਾ ਜਿਹੜੇ ਬੱਚੇ ਨੇ
ਜਦੋਂ ਪਹਿਲੀ ਦੂਜੀ ਜਾਂ ਤੀਜੀ ਪੋਜੀਸ਼ਨ ਹਾਸਲ ਕਰਦੇ ਨੇ, ਪਹਿਲੀ ਪੋਜੀਸ਼ਨ ਵਾਲੇ ਬੱਚੇ ਦੀ ਸਾਰੀ ਟਿਊਸ਼ਨ ਫੀਸ ਮਾਫ, ਜਿਹੜਾ ਦੂਜੀ ਤੇ ਤੀਜੀ ਪੋਜੀਸ਼ਨ ਤੇ ਆਉਂਦਾ ਉਸ ਦੇ ਬੱਚੇ ਦੀ ਅੱਧੀ ਟਿਊਸ਼ਨ ਫੀਸ ਹੈ ਜਿਹੜੀ ਉਹ ਮਾਫ ਕਰ ਦਿੰਦੇ। ਤੇ ਇਹਦੇ ਲਈ ਕੋਈ ਇਹ ਨਹੀਂ ਕਿ ਬਾਅਦ ਦੇ ਵਿੱਚ ਆਉਣੀ ਹੈ ਜੀ ਤੁਸੀਂ ਇੱਕ ਵਾਰੀ ਫੀਸ ਭਰੋ ਤੁਹਾਨੂੰ ਬਾਅਦ ਚ ਮਿਲੂਗਾ ਸਕਾਲਰਸ਼ਿਪ, ਨਹੀਂ। ਪਹਿਲਾਂ ਹੀ ਜਿਹੜਾ ਬੱਚਿਆਂ ਨੂੰ ਸਕਾਲਰਸ਼ਿਪ ਦੇ ਕੇ ਫਿਰ ਉਹਨਾਂ ਦੀ ਫੀਸ ਹੀ ਉਨੀ ਕੁ ਲਈ ਜਾਂਦੀ ਹੈ, ਤੇ ਇਸ ਦਾ ਬੱਚਿਆਂ ਨੇ ਬਹੁਤ ਲਾਭ ਉਠਾਇਆ ਤੇ ਬਹੁਤ ਲਾਭ ਉਠਾ ਵੀ ਰਹੇ ਨੇ। ਪਰ ਇਹ ਸਕੀਮ ਹਲੇ ਤੱਕ ਵੀ ਪਿੰਡਾਂ ਦੇ ਵਿੱਚ ਜੇ ਅਸੀਂ ਗੱਲ ਕਰੀਏ, ਕਈ ਸਕੂਲਾਂ 'ਚ ਮੈਂ ਜਾ ਕੇ ਕਾਉਂਸਲਿੰਗ ਦੇ ਟਾਈਮ ਗਿਆ, ਕਈ ਪਿੰਡਾਂ ਦੇ ਵਿੱਚ ਗਿਆ ਤੇ ਸੱਥਾਂ 'ਚ ਵੀ ਗੱਲ ਕੀਤੀ ਹੈ, ਤਾਂ ਕਹਿੰਦੇ ਸਾਨੂੰ ਇਸ ਸਕੀਮ ਬਾਰੇ ਪਤਾ ਹੀ ਨਹੀਂ ਹੈਗਾ। ਜੇ ਇਸ ਸਕੀਮ ਦਾ ਬੱਚੇ ਵੱਧ ਤੋਂ ਵੱਧ ਫਾਇਦਾ ਲੈਣ, ਤੁਸੀਂ ਦੇਖੋ ਕਿ ਉਹ ਕਿੱਥੇ ਦੀ ਕਿੱਥੇ ਪਹੁੰਚ ਸਕਦੇ ਨੇ। ਜੀ ਬਿਲਕੁਲ, ਸਾਨੂੰ ਇੱਥੇ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਤੁਹਾਡੇ ਕੋਲੇ ਜਾਣਕਾਰੀ ਬਹੁਤ ਹੈ, ਬੱਚੇ ਬਹੁਤ ਕੁਝ ਸਿੱਖ ਸਕਦੇ ਨੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਅਗਲੀ ਵਾਰ ਵੀ ਤੁਹਾਨੂੰ ਇਸੇ ਤਰ੍ਹਾਂ ਸਪੈਸ਼ਲ ਪ੍ਰੋਗਰਾਮ ਦੇ ਵਿੱਚ ਲਿਆ ਕੇ ਜਿਹੜਾ ਬੱਚਿਆਂ ਤੱਕ ਪੂਰੀ ਜਾਣਕਾਰੀ ਪਹੁੰਚਾਈ ਜਾਵੇ। ਜਿਸ ਤਰ੍ਹਾਂ ਤੁਸੀਂ ਡਾਕਟਰ ਗੁਰਬਖਸ਼ ਸਿੰਘ ਜੀ ਸਾਡੇ ਨਾਲ ਜੁੜੇ ਸਨ, ਜਿਨ੍ਹਾਂ ਨੇ ਬੜੇ ਵਿਸਥਾਰ ਦੇ ਨਾਲ ਦੱਸਿਆ ਕਿ ਟੈਕਨੀਕਲ ਐਜੂਕੇਸ਼ਨ ਦੇ ਵਿੱਚ ਵਿਦਿਆਰਥੀ ਕਿਵੇਂ ਭਵਿੱਖ ਬਣਾ ਸਕਦੇ ਨੇ। ਗੁਰਬਖਸ਼ ਸਿੰਘ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਸਾਡੇ ਨਾਲ ਜੁੜੇ, ਸ਼ੁਕਰੀਆ। ਅਸੀਂ ਅੱਗੋਂ ਵੀ ਤੁਹਾਡੇ ਤੋਂ ਜਾਣਕਾਰੀ ਲੈ ਕੇ ਜਿਹੜਾ ਵਿਦਿਆਰਥੀਆਂ ਤੱਕ ਪਹੁੰਚਾਉਂਦੇ ਰਵਾਂਗੇ। ਤੁਸੀਂ ਵਿਦਿਆਰਥੀਆਂ ਨੂੰ ਸਾਡੀ ਅਪੀਲ ਹੈ ਕਿ ਜੇਕਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਚਾਹੁੰਦੇ ਹੋ ਟੈਕਨੀਕਲ ਐਜੂਕੇਸ਼ਨ ਨੂੰ ਲੈ ਕੇ, ਤਾਂ ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਕਮੈਂਟ ਕਰ ਸਕਦੇ ਹੋ ਇਸ ਪ੍ਰੋਗਰਾਮ ਦੇ ਵਿੱਚ, ਤੇ ਤੁਹਾਡੇ ਤੱਕ ਅਸੀਂ ਉਹ ਜਾਣਕਾਰੀ ਅਗਲੇ ਸਮੇਂ ਦੇ ਵਿੱਚ ਫਿਰ ਲੈ ਕੇ ਆਵਾਂਗੇ ਖਾਸ ਪ੍ਰੋਗਰਾਮ ਦੇ ਵਿੱਚ, ਤਾਂ ਕਿ ਜਿਹੜੇ ਵਿਦਿਆਰਥੀ ਜਾਂ ਮਾਪੇ ਇਸ ਚਿੰਤਾ ਦੇ ਵਿੱਚ ਨੇ ਕਿ ਉਹਨਾਂ ਦਾ ਭਵਿੱਖ ਕੀ ਹੋਵੇਗਾ 10ਵੀਂ ਤੋਂ ਬਾਅਦ। ਕਿਉਂਕਿ ਕਈ ਵਾਰੀ ਮਾਪੇ ਇਹ ਗੱਲ ਕਹਿ ਦਿੰਦੇ ਨੇ ਕਿ ਬੱਚੇ ਜੇਕਰ ਘਰੇ ਬੈਠੇ ਨੇ ਤਾਂ ਉਹਨਾਂ ਨੂੰ ਕੋਈ ਨਾ ਕੋਈ ਕੰਮਕਾਰ ਕਰ ਲੈਣਾ ਚਾਹੀਦਾ। ਜੇਕਰ ਕੋਈ ਨਹੀਂ ਪੜ੍ਹਦਾ ਤਾਂ ਜ਼ਰੂਰੀ ਇਹ ਹੈ ਕਿ ਘੱਟੋ ਘੱਟ 10 ਪੜ੍ਹ ਲੈਣਾ ਚਾਹੀਦਾ। ਉਸ ਤੋਂ ਬਾਅਦ ਜਿਹੜਾ ITI ਦੇ ਵਿੱਚ ਪੈ ਜਾਣ, ਕਿੱਤਾ ਮੁਖੀ ਕੋਰਸ ਕਰਨ, ਬਸ਼ਰਤੇ ਇਹ ਕਿ ਤੁਸੀਂ ਉਹਨੂੰ ਕਿਸੇ ਕੰਮ ਤੇ ਤੋਰ ਦਿੰਦੇ ਹੋ ਕਿ 5-4 ਪੜ੍ਹੀਆਂ, ਜੇ ਨਹੀਂ ਪੜ੍ਹਦਾ ਤੇ ਇਹਨੂੰ ਕੰਮ ਤੇ ਲਗਾ ਦਿਓ। ਚੰਗਾ ਇਹ ਹੋਵੇਗਾ ਕਿ ਕੰਮ ਇਸ ਤਰੀਕੇ ਨਾਲ ਲਗਾਓ ਕਿ ਉਹਦੀ ਪੜ੍ਹਾਈ ਵੀ ਚੱਲੀ ਜਾਵੇ ਤੇ ਨਾਲੋਂ ਨਾਲ ਜਿਹੜਾ ਆ ਉਹ ਆਪਣੇ ਕਿੱਤਾ ਮੁਖੀ ਕੋਰਸ ਕਰਕੇ ਉਹਦੇ ਹੱਥ ਡਿਗਰੀ ਵੀ ਆਵੇ, ਤੇ ਇੱਕ ਚੰਗੇ ਲੈਵਲ ਤੇ ਜਿਹੜਾ ਚੰਗੇ ਰੁਤਬੇ ਤੇ ਪਹੁੰਚੇ। ਜੇਕਰ ਕੱਲ ਨੂੰ ਉਹਨੂੰ ਕਿਸੇ ਕਿਸਮ ਦੇ ਲੋਨ ਦੀ ਲੋੜ ਪੈਂਦੀ ਹੈ, ਅਸੀਂ ਉਹਦੇ ਉੱਤੇ ਵੀ ਚਰਚਾ ਕਰਾਂਗੇ ਕਿ ਇਹਨਾਂ ਵਿਦਿਆਰਥੀਆਂ ਨੂੰ ਲੋਨ ਕਿਸ ਤਰੀਕੇ ਨਾਲ ਮਿਲ ਸਕਦਾ, ਇਸ ਉੱਤੇ ਵੀ ਅਸੀਂ ਗੱਲਬਾਤ ਕਰਾਂਗੇ। ਸਾਡਾ ਪ੍ਰੋਗਰਾਮ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਆਪਣੇ ਵਿਚਾਰ ਰੱਖ ਸਕਦੇ ਹੋ। ਸਾਡੇ ਚੈਨਲ D5 ਚੈਨਲ ਪੰਜਾਬੀ ਨੂੰ ਸਬਸਕ੍ਰਾਈਬ ਕਰੋ। ਪ੍ਰੋਗਰਾਮ ਹਰ ਰੋਜ਼ ਸਵੇਰੇ 8 ਵਜੇ ਲਾਈਵ ਹੁੰਦਾ, ਜਿਸ ਦੌਰਾਨ ਤੁਸੀਂ ਕਾਲਿੰਗ ਕਰਕੇ ਆਪਣੇ ਵਿਚਾਰ ਰੱਖ ਸਕਦੇ ਹੋ। ਇਜਾਜ਼ਤ ਦਿਓ, ਧੰਨਵਾਦ।